जानी कि अगले नूं कहंदे आ कि जे तैनूं 50,000 रुपया श्रोमणी कमेटी दिंदी आ, ਅਸੀਂ ਤੈਨੂੰ 50,000 रुपया वैसे ही बैठण नूं दिंदे आ, तूं काम ना करन दी तनखाह लै। इस तरीके नाल श्रोमणी गुरुद्वारा प्रबंधक कमेटी दे किसी भी प्रोजैक्ट का ना कोई लाभ हो सकदा, ना हुण तक होण दित्ता ते ना गाहां कोई आस आ। डेरा सरसा, डेरा पनिहारा, डेरा नूरमहल, डेरा ब्यास जां सिੱਖੀ ਦੇ ਹਰੇਕ ਦੁਸ਼ਮਣ ਲਈ ਤੁਹਾਡੇ ਦਰਵਾਜ਼ੇ ਖੁੱਲੇ ਆ ਤੇ ਦਰਬਾਰ ਸਾਹਿਬ ਦੀ ਸਰਾਂ ਦੇ ਵਿੱਚ ਜਾਂ ਕਿਸੇ ਦੂਰ ਨੇੜੇ ਤੁਸੀਂ ਕਿਸੇ ਆਮ ਗਰੀਬ ਬੰਦੇ ਨੂੰ ਇੱਕ ਕਮਰਾ ਦਾ ਕਿਰਾਏ ਤੇ ਦਿੰਦੇ ਨਹੀਂ। ਤੇ ਜਿਹੜੀਆਂ ਸੰਸਥਾਵਾਂ ਜਿਹੜੇ ਧਰਮ ਜਾਂ ਈਸਾਈ ਨੇ ਜਾਂ ਹੋਰ ਨੇ ਉਹ ਜਿਹੜਾ ਕੁਝ ਦੇ ਕੇ ਜਾਂ ਦਿਖਾ ਕੇ ਸਿੱਖਾਂ ਦਾ ਸ਼ੋਸ਼ਣ ਕਰ ਰਹੇ ਨੇ, ਸਿੱਖਾਂ ਨੂੰ ਆਪਣੇ ਧਰਮ ਤੋਂ ਬਾਗੀ ਕਰ ਰਹੇ ਨੇ, ਉਹਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਚੋਂ ਹੀ ਨਿਕਲਦੇ ਆ। ਸਾਡੇ ਪਿਛਲੇ ਦਿਨਾਂ ਦੇ ਵਿੱਚ ਪੰਥ 'ਚ ਇੱਕ ਰੌਲਾ ਪਿਆ, ਵਿਵਾਦ ਉੱਠਿਆ ਸੀਗਾ ਕਿ ਜੀ ਜਿਹੜੇ ਗ੍ਰੰਥ ਨੇ ਪ੍ਰਾਤਨ ਉਹਨਾਂ ਦੇ ਵਿੱਚ ਗੜਬੜਾ ਨੇ ਤੇ ਵਾਕਿਆ ਹੀ ਲੋਕਾਂ ਨੇ ਕਈ ਲਾਈਨਾਂ ਕੱਢ ਕੇ ਲੋਕਾਂ ਨੂੰ ਦੱਸਿਆ ਕਿ ਆਹ ਦੇਖੋ ਜੀ ਐ ਲਿਖਿਆ ਹੋਇਆ, ਉਹ ਲਿਖਿਆ ਹੋਇਆ। ਤੇ ਜਦੋਂ ਆਮ ਲੋਕਾਂ ਨੂੰ ਸਮਝ ਲੱਗੀ ਜਾਂ ਪਤਾ ਲੱਗਿਆ ਵੀ ਇਹਨਾਂ ਗ੍ਰੰਥਾਂ ਦਾ ਅਸੀਂ ਇੰਨਾ ਸਤਿਕਾਰ ਕਰਦੇ ਆ, ਪੁਰਾਤਨ ਗ੍ਰੰਥ ਮੰਨਦੇ ਆ, ਇਹਨਾਂ 'ਚ ਘਾਟਾਂ ਨੇ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਗੱਲ ਨਹੀਂ ਦੱਸ ਸਕੀ ਕਿ ਇਹ ਤਾਂ 100 ਸਾਲ ਪਹਿਲਾਂ ਭਾਈ ਕਾਹਨ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਗ੍ਰੰਥ ਦੇ ਭੂਮਿਕਾ ਦੇ ਰੂਪ ਦੇ ਵਿੱਚ ਇਹ ਮਸਲਾ ਪਹਿਲਾਂ ਹੀ ਨਿਬੇੜਿਆ ਹੋਇਆ ਹੈ ਕਿ ਜੇ 10 ਗੁਰੂ ਸਾਹਿਬਾਨ ਦਾ ਇਤਿਹਾਸ ਹੀ ਨਹੀਂ ਸ਼੍ਰੋਮਣੀ ਕਮੇਟੀ ਕਲੀਅਰਲੀ ਦੇ ਸਕੀ ਕਿ ਆਹ ਕਿਤਾਬਾਂ ਨੇ ਜਿਨ੍ਹਾਂ ਤੇ ਅਕਾਲ ਤਖਤ ਸਾਹਿਬ ਦੀ ਮੋਹਰ ਆ ਔਰ ਸਮੁੱਚੇ ਪੰਥ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ, ਤਾਂ ਬਾਕੀ ਗੱਲਾਂ ਦਾ ਆਪਾਂ ਕੀ ਨਿਖੇੜਾ ਕਰ ਲਾਂਗੇ। ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖਬਾਰਾਂ ਦੇ ਵਿੱਚ ਇੱਕ ਖਬਰ ਬਾਦਲ ਦਲ ਵੱਲੋਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ, ਉਹ ਛਪੀ ਆ, ਜਿਹਦੇ ਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਵਿੱਚ ਕੁਝ ਥਾਵਾਂ ਉੱਤੇ ਸਰਹੱਦੀ ਇਲਾਕਿਆਂ 'ਚ ਧਰਮ ਪਰਿਵਰਤਨ ਕੀਤੇ ਜਾਣ ਦੇ ਮਾਮਲਿਆਂ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਲਾਲਚ ਜਾਂ ਗੁੰਮਰਾਹ ਕਰਕੇ ਭੋਲੇ ਭਾਲੇ ਲੋਕਾਂ ਦਾ ਧਰਮ ਪਰਿਵਰਤਨ ਕਰਾਇਆ ਜਾਣਾ ਸਿੱਖ ਧਰਮ ਉੱਤੇ ਕੋਝਾ ਹਮਲਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਦਾ ਧਰਮ ਪਰਿਵਰਤਨ ਕਰਵਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਹੀ ਚਲਾਉਣੀ ਚਾਹੀਦੀ ਹੈ। ਕੱਲ ਵੀ ਅਖਬਾਰਾਂ 'ਚ ਖਬਰ ਛਪੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪ੍ਰਚਾਰਕਾਂ ਦੀ ਫੌਜ ਜਿਹੜੀ ਆ ਪੰਜਾਬ ਦੇ ਵਿੱਚ ਐਕਟੀਵੇਟ ਕੀਤੀ ਗਈ ਆ, ਸਰਗਰਮ ਕੀਤੀ ਗਈ ਆ, ਤੇ ਖਾਸ ਤੌਰ ਦੇ ਉੱਤੇ ਕਿਉਂਕਿ ਈਸਾਈਆਂ ਦਾ ਖਤਰਾ ਜਿਹੜਾ ਹੈਗਾ ਉਹ ਬੜਾ ਵੱਧ ਗਿਆ। 100 ਸਾਲ ਪਹਿਲਾਂ ਜਿਹੜਾ ਮਾਹੌਲ ਬਣਿਆ ਸੀ ਉਦੋਂ ਵੀ ਇਸੇ ਤਰੀਕੇ ਨਾਲ ਈਸਾਈ ਜਿਹੜੇ ਸੀ ਉਹਨਾਂ ਨੇ ਹਮਲਾ ਕੀਤਾ ਸੀਗਾ। ਉਦੋਂ ਹਮਲਾ ਆਰੀਆ ਸਮਾਜ ਵੱਲੋਂ ਵੀ ਸੀ, ਹੋਰ ਵੀ ਕਈ ਪਾਸਿਆਂ ਤੋਂ ਸੀ, ਅੱਜ ਵੀ ਉਵੇਂ ਹੀ ਹੈ। ਤੇ ਉਸ ਹਮਲੇ ਦਾ ਬੜਾ ਭਾਰੀ ਅਸਰ ਜਿਹੜਾ ਹੋਇਆ ਸੀਗਾ, ਜਿਹੜੀਆਂ ਸਾਡੀਆਂ ਸਿੱਖ ਰਿਆਸਤਾਂ ਸੀ ਉਹਨਾਂ ਰਿਆਸਤਾਂ ਦੇ ਰਾਜਕੁਮਾਰ ਜਿਹੜੇ ਸੀ ਉਹਨਾਂ ਨੂੰ ਇਸ ਹਮਲੇ ਨੇ ਗਰਸ ਲਿਆ ਸੀ। ਤੇ ਜਿਹੜੀ ਬਲੈਕ ਪ੍ਰਿੰਸ ਫਿਲਮ ਪਿੱਛੇ ਜੇ ਬੜੀ ਚਰਚਾ 'ਚ ਰਹੀ ਆ, ਜਿਹਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਕਿਵੇਂ ਗੋਰੇ ਜਿਹੜੇ ਨੇ ਉਹ ਈਸਾਈ ਬਣਾ ਲੈਂਦੇ ਆ ਤੇ ਕਿਵੇਂ ਫਿਰ ਉਹ ਆਪਦੀ ਮਾਂ ਭੂਮੀ ਲਈ, ਆਪਦੇ ਰਾਜ ਲਈ, ਆਪਦੇ ਖੁੱਸੇ ਹੋਏ ਮਾਣ ਲਈ ਤੇ ਆਪਦੇ ਸਿੱਖ ਧਰਮ ਪ੍ਰਤੀ ਕਿਵੇਂ ਉਹ ਸਾਰੀ ਉਮਰ ਬਾਅਦ ਚ ਕਲਪਦਾ ਤੜਪਦਾ ਸੰਤਾਪ ਭੋਗਦਾ ਹੈ, ਉਹ ਆਪਾਂ ਸਾਰਾ ਉਸ ਫਿਲਮ ਦੇ ਰਾਹੀਂ ਬੜੇ ਚੰਗੀ ਤਰ੍ਹਾਂ ਮਹਿਸੂਸ ਕੀਤਾ। ਤੇ ਉਸ ਫਿਲਮ ਨੇ ਬਹੁਤ ਚਰਚਾ ਜਿਹੜੀ ਆ ਉਹ ਕਈ ਪੱਖਾਂ ਦੀ ਨਵੇਕਲੇ ਅੰਦਾਜ਼ ਵਿੱਚ ਛੇੜੀ ਹੈ। ਤੇ ਅੱਜ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਸਟੇਟਮੈਂਟ ਅਖਬਾਰਾਂ 'ਚ ਆਈ ਹੈ ਜਾਂ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਤੇ ਕੰਮ ਸ਼ੁਰੂ ਕੀਤਾ, ਤਾਂ ਨਾਲ ਦੀ ਨਾਲ ਇਹ ਵੀ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪਿਛਲੇ ਦਿਨੀ ਇੱਕ ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋ ਚੁੱਕੇ ਹੈ ਜਿੱਥੇ ਉਹਨਾਂ ਨੇ ਸਾਰੇ ਧਰਮਾਂ ਦੇ ਨਾਅਰੇ ਲਾਉਂਦਿਆਂ ਹੋਇਆਂ ਵਿੱਚ ਹੀ ਬੋਲੇ ਸੋ ਨਿਹਾਲ ਤੇ ਵਿੱਚ ਹੀ ਹਲੇਲੂਇਆ ਤੇ ਜੈ ਮਾਤਾ ਦੀ ਤੇ ਹੋਰ ਸਾਰਾ ਕੁਝ ਵੀ ਕੀਤਾ। ਇਹ ਜਿਹੜੀ ਖੇਡ ਜਾਂ ਜਿਹੜੇ ਪੱਤੇਬਾਜ਼ੀ ਹੋ ਰਹੀ ਆ ਇਹਦੇ ਬਾਰੇ ਆਪਾਂ ਸਪਸ਼ਟ ਹੋ ਲਈਏ ਕਿ ਬਾਦਲ ਦਲ ਨੇ ਇੱਕ ਪਾਸੇ ਤਾਂ ਆਪਦੀਆਂ ਵੋਟਾਂ ਦੀ ਲੋੜ ਦੇ ਵਿੱਚੋਂ ਈਸਾਈਆਂ ਨੂੰ ਬਾਕੀਆਂ ਵਾਂਗ ਹੀ ਰਿਝਾਉਣ ਲਈ ਆਪਦੇ ਪ੍ਰੋਗਰਾਮਾਂ ਦੇ ਵਿੱਚ ਹਲੇਲੂਇਆ ਦੇ ਨਾਅਰੇ ਵੀ ਲਵਾਇਆ ਕਰਨੇ ਆ,
ਨਾਲ ਦੀ ਨਾਲ ਉਹਨਾਂ ਨੇ ਕ੍ਰਿਟਿਸਿਜ਼ਮ ਤੋਂ ਬਚਣ ਦੇ ਲਈ ਕਿ ਲੋਕ ਕਹਿਣਗੇ ਕਿ ਤੁਸੀਂ ਤਾਂ ਜੀ ਹੁਣ ਸਿੱਖੀ ਨੂੰ ਤਾਂ ਬੇੜਾ ਗਰਕ ਕਰੀ ਜਾਂਦੇ ਹੋ, ਤੁਸੀਂ ਸਿੱਖ ਸੰਸਥਾਵਾਂ ਉੱਤੇ ਕਬਜ਼ਾ ਕਰਕੇ ਸਿੱਖ ਧਰਮ ਦੇ ਵਿਕਾਸ ਨੂੰ ਤਾਂ ਠੱਲ ਪਾਈ ਬੈਠੇ ਹੋ, ਉਹਨੂੰ ਅੱਗੇ ਨਹੀਂ ਵਧਣ ਦਿੰਦੇ ਤੇ ਰੋਕਿਆ ਹੋਇਆ ਸਾਰਾ ਦਾਇਰਾ, ਤੇ ਉਹ ਤੁਸੀਂ ਦੂਜੇ ਧਰਮਾਂ ਦੇ ਲੋਕਾਂ ਦੀਆਂ ਵੋਟਾਂ ਲੈਣ ਲਈ ਆ ਕੁਝ ਕਰਦੇ ਹੋ। ਇਸ ਗੱਲ ਦੇ ਜਵਾਬ ਵਿੱਚ ਆ ਸਾਰੀ ਜਿਹੜੀ ਖੇਡ ਆ ਉਹ ਚੱਲੀ ਆ ਵੀ ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਦੋ ਚਾਰ ਖਬਰਾਂ ਲਵਾਈਆਂ ਜਾਣ ਤੇ ਇਸ ਤਰੀਕੇ ਨਾਲ ਪ੍ਰਭਾਵ ਦਿੱਤਾ ਜਾਵੇ ਕਿ ਅਸੀਂ ਕੰਮ ਬੜਾ ਕਰਦੇ। ਮੈਂ ਇਹ ਗੱਲ ਬੜੀ ਧੜੱਲੇ ਨਾਲ, ਦਾਅਵੇ ਨਾਲ ਤੇ ਪੂਰੇ ਜਿਗਰੇ ਨਾਲ ਸਿੱਖ ਜਗਤ ਨੂੰ ਦੱਸਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਜਟ ਪਾਸ ਕਰਦੀ ਆ ਜਾਂ ਸ਼੍ਰੋਮਣੀ ਕਮੇਟੀ ਜਦੋਂ ਵੱਡੇ ਵੱਡੇ ਫੈਸਲੇ ਲੈਂਦੀ ਆ, ਜੇ ਉਹ ਤੁਸੀਂ ਫੈਸਲੇ ਕਿਸੇ ਬਾਹਰ ਨਹੀਂ ਤਾਂ ਪਿਛਲੇ 10 ਸਾਲ ਦੇ ਫੈਸਲੇ ਪੜ੍ਹ ਲਵੋ ਨਾ, ਤਾਂ ਆਪਾਂ ਇਹ ਸਮਝਾਂਗੇ ਕਿ ਜੇ ਇਹ ਫੈਸਲੇ ਵਾਕਿਆ ਹੀ ਕੀਤੇ ਗਏ ਨੇ, ਲਾਗੂ ਹੋਏ ਨੇ, ਖਰਚਾ ਕੀਤਾ ਗਿਆ, ਹੁਣ ਨੂੰ ਤਾਂ ਸਾਰੇ ਭਾਰਤ ਵਿੱਚ ਬਾਕੀ ਧਰਮਾਂ ਦੇ ਲੋਕਾਂ ਨੇ ਵੀ ਸਿੰਘ ਸੱਜ ਜਾਣਾ ਸੀਗਾ, ਪਰ ਇਹ ਤਾਂ ਸਿੱਖੀ ਦੇ ਵਿੱਚੋਂ ਉਲਟਾ ਨਿਕਾਸ ਸ਼ੁਰੂ ਹੋਇਆ। ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਨੇ ਉਹ ਦੂਜਿਆਂ ਧਰਮਾਂ ਵੱਲ ਵੀ ਜਾ ਰਹੇ ਨੇ, ਤੇ ਜਿਹੜੇ ਸਿੱਖ ਕਹਾਉਂਦੇ ਵੀ ਆ ਅਸੀਂ, ਸਾਡੇ ਵਿੱਚ ਵੀ ਬਹੁਤ ਸਾਰੀਆਂ ਔਣਤਾਈਆਂ, ਘਾਟਾਂ, ਕਮਜ਼ੋਰੀਆਂ ਸਮਾਜਿਕ ਤੌਰ ਤੇ ਇਹੋ ਜਿਹੀਆਂ ਆ ਰਹੀਆਂ ਨੇ, ਵੱਧ ਰਹੀਆਂ ਨੇ ਸਗਾਂ ਤੇ, ਜਿਹੜੀਆਂ ਕਿ ਵਧਣੀਆਂ ਨਹੀਂ ਸੀ ਚਾਹੀਦੀਆਂ। ਤੇ ਜੇਕਰ ਸ਼੍ਰੋਮਣੀ ਕਮੇਟੀ ਨੇ ਏਡੇ ਏਡੇ ਵੱਡੇ ਪ੍ਰੋਜੈਕਟ ਕੀਤੇ ਨੇ, ਏਡੇ ਏਡੇ ਖਰਚੇ ਕੀਤੇ ਨੇ, ਤੇ ਉਹ ਖਰਚਿਆਂ ਦਾ, ਉਹਨਾਂ ਸਾਰੇ ਪ੍ਰੋਜੈਕਟਾਂ ਦਾ ਲਾਹਾ ਕਾਹਤੋਂ ਨਹੀਂ ਹੋ ਸਕਿਆ, ਤਾਂ ਉਹਦੇ ਲਈ ਮੈਂ ਬੜੀ ਸਫਾਈ ਨਾਲ ਇਹ ਗੱਲ ਕਹਿ ਰਿਹਾ ਤੁਹਾਡੇ ਸਾਹਮਣੇ ਕਿ ਐਵੇਂ ਕਿਸੇ ਦਿਲ 'ਚ ਵਹਿਮ ਨਾ ਪਾ ਲਿਓ ਵੀ ਸ਼੍ਰੋਮਣੀ ਕਮੇਟੀ ਨੇ ਫੱਟੇ ਚੱਕਤੇ ਆ ਜਾਂ ਅਕਾਲ ਤਖਤ ਸਾਹਿਬ ਨੇ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੇ ਢੋਲ ਵਜਾਤਾ ਹੈਗਾ ਤੇ ਬਸ ਮਾਮਲਾ। ਅਸਲ ਵਿੱਚ ਗੱਲ ਇਹ ਹੈਗੀ ਆ ਕਿ ਜਿਹੜੀਆਂ ਐਂਟੀ ਪੰਥਕ ਫੋਰਸਸ ਨੇ, ਚਾਹੇ ਉਹ ਭਾਰਤੀ ਹਕੂਮਤੀ ਏਜੰਸੀਆਂ ਨੇ ਤੇ ਚਾਹੇ ਉਹ RSS ਆ ਜਾਂ ਹੋਰ ਡੇਰੇ ਜਾਂ ਹੋਰ ਜੋ ਵੀ ਕੁਛ ਹੈ, ਇਹਨਾਂ ਸਾਰਿਆਂ ਨੇ ਆਪੋ ਆਪਦੇ ਏਜੰਟਾਂ ਨੂੰ ਇੱਥੇ ਸੈੱਟ ਕੀਤਾ ਹੋਇਆ ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਂਚੇ ਦੇ ਵਿੱਚ ਸਿੱਖਾਂ ਨੂੰ ਜਾਂ ਸਿੱਖੀ ਨੂੰ ਤਰਜੀਹ ਦੇਣ ਦੀ ਬਜਾਏ ਤਰਜੀਹ ਕਿਹੜੀ ਚੀਜ਼ ਨੂੰ ਦਿੱਤੀ ਜਾਂਦੀ ਆ ਕਿ ਮਤੇ ਵੀ ਪਾਸ ਕਰ ਲਓ, ਖਰਚਾ ਵੀ ਹੋਰ ਦਿਓ, ਪਰ ਰਿਜ਼ਲਟ ਮਿਲਣਾ ਚਾਹੀਦਾ। ਇਹ ਉਵੇਂ ਆ ਜਿਵੇਂ ਕਿਸੇ ਬੰਦੇ ਨੂੰ ਕਹਿ ਦਿੱਤਾ ਜਾਵੇ ਕਿ ਤੂੰ 2 ਘੰਟੇ ਕੰਮ ਤਾਂ ਕਰ, ਪਰ ਕੰਮ ਦਾ ਕੋਈ ਫਾਇਦਾ ਨਾ ਹੋ ਜਾਵੇ, ਇਹ ਤੇਰੀ ਸਕੀਮ ਆ ਕਿ ਤੂੰ ਕਿਵੇਂ ਕਰਨਾ। ਜਾਣੀ ਕਿ ਅਗਲੇ ਨੂੰ ਕਹਿੰਦੇ ਆ ਕਿ ਜੇ ਤੈਨੂੰ 50,000 ਰੁਪਇਆ ਸ਼੍ਰੋਮਣੀ ਕਮੇਟੀ ਦਿੰਦੀ ਆ, ਅਸੀਂ ਤੈਨੂੰ 50,000 ਰੁਪਇਆ ਵੈਸੇ ਬੈਠਣ ਨੂੰ ਦਿੰਨੇ ਆ, ਤੂੰ ਕੰਮ ਨਾ ਕਰਨ ਦੀ ਤਨਖਾਹ ਲੈ। ਇਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਪ੍ਰੋਜੈਕਟ ਦਾ ਨਾ ਕੋਈ ਲਾਭ ਹੋ ਸਕਦਾ, ਨਾ ਹੁਣ ਤੱਕ ਹੋਣ ਦਿੱਤਾ ਤੇ ਨਾ ਗਾਹਾਂ ਕੋਈ ਆਸ ਆ। ਜਿਹੜੇ ਨੌਜਵਾਨ ਵਿਚਾਰੇ ਹੁਣ ਧਰਮ ਪ੍ਰਚਾਰ ਦੇ ਨਾਂ ਹੇਠ ਪਿੰਡਾਂ 'ਚ ਭੇਜੇ ਗਏ ਨੇ, ਇਹਨਾਂ ਨੂੰ ਕਿਸੇ ਵੀ ਬੰਦੇ ਨੇ ਇਹਦੀ ਗੱਲ ਨਹੀਂ ਸੁਣਨੀ। ਕਿਉਂ ਨਹੀਂ ਸੁਣਨੀ? ਕਿਉਂਕਿ ਸ਼੍ਰੋਮਣੀ ਕਮੇਟੀ ਦਾ ਨਾਂ ਸੁਣਨ ਸਾਰੀ ਬੰਦਿਆਂ ਨੂੰ ਖਿੱਚ ਚੜ ਜਾਂਦੀ ਆ ਵੀ ਤੁਸੀਂ ਤਾਂ ਬਾਦਲ ਸੈਨਾ ਬਣੇ ਹੋਏ ਹੋ। ਡੇਰਾ ਸਰਸਾ, ਡੇਰਾ ਪਨਿਆਰਾ, ਡੇਰਾ ਨੂਰਮਹਿਲ, ਡੇਰਾ ਬਿਆਸ ਜਾਂ ਸਿੱਖੀ ਦੇ ਹਰੇਕ ਦੁਸ਼ਮਣ ਲਈ ਤੁਹਾਡੇ ਦਰਵਾਜ਼ੇ ਖੁੱਲੇ ਆ, ਤੇ ਦਰਬਾਰ ਸਾਹਿਬ ਦੀ ਸਰਾਂ ਦੇ ਵਿੱਚ ਜਾਂ ਕਿਸੇ ਦੂਰ ਨੇੜੇ ਤੁਸੀਂ ਕਿਸੇ ਆਮ ਗਰੀਬ ਬੰਦੇ ਨੂੰ ਇੱਕ ਕਮਰਾ ਦਾ ਕਿਰਾਏ ਤੇ ਦਿੰਦੇ ਨਹੀਂ। ਤੇ ਜਿਹੜੀਆਂ ਸੰਸਥਾਵਾਂ, ਜਿਹੜੇ ਧਰਮ ਜਾਂ ਈਸਾਈ ਨੇ ਜਾਂ ਹੋਰ ਨੇ, ਉਹ ਜਿਹੜਾ ਕੁਝ ਦੇ ਕੇ ਜਾਂ ਦਿਖਾ ਕੇ ਸਿੱਖਾਂ ਦਾ ਸ਼ੋਸ਼ਣ ਕਰ ਰਹੇ ਨੇ, ਸਿੱਖਾਂ ਨੂੰ ਆਪਣੇ ਧਰਮ ਤੋਂ ਬਾਗੀ ਕਰ ਰਹੇ ਨੇ, ਉਹਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਚੋਂ ਹੀ ਨਿਕਲਦੇ ਆ। ਇਹੋ ਜਿਹੀਆਂ ਗੱਲਾਂ ਕਰਾਉਣ ਦਾ ਮਤਲਬ ਸਾਡਾ ਇਹ ਨਹੀਂ ਹੈਗਾ ਕਿ ਅਸੀਂ ਜਿਹੜਾ ਹੈਗਾ ਵੀ ਇਹ ਚਾਹੁੰਦੇ ਆ ਕਿ ਸ਼੍ਰੋਮਣੀ ਕਮੇਟੀ ਬਿਲਕੁਲ ਜੀ ਜ਼ੀਰੋ ਆ, ਸਿਫਰ ਆ ਤੇ ਇਹਦਾ ਕੋਈ ਅਕਸ ਨਹੀਂ। ਸਭ ਕੁਝ ਆ। ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਇੱਕ ਸੰਸਥਾ ਸਿਰਜੀ ਆ। ਗੁਰਦੁਆਰਾ ਸੁਧਾਰ ਲਹਿਰ ਦੀ ਬੜੀ ਵੱਡੀ ਪ੍ਰਾਪਤੀ ਆ, ਪਰ ਅੱਜ ਇਹ ਸੰਸਥਾ ਜਿਹੜੀ ਆ ਜਿਨ੍ਹਾਂ ਹੱਥਾਂ 'ਚ ਚੜ ਚੁੱਕੀ ਆ, ਇੱਥੇ ਇਹਦਾ ਕੋਈ ਫਾਇਦਾ ਹੋਣ ਦੀ ਬਜਾਏ ਸਾਨੂੰ ਨੁਕਸਾਨ ਵੱਧ ਹੋ ਰਿਹਾ। ਹੁਣ ਜਦੋਂ ਵੀ ਕੋਈ ਗੱਲ ਉੱਠਦੀ ਆ, ਸਾਰਾ ਪੰਥ ਇੱਧਰ ਝਾਕਣ ਲੱਗ ਜਾਂਦਾ ਵੀ ਅਕਾਲ ਤਖਤ ਅਗਵਾਈ ਕਰੂ, ਸ਼੍ਰੋਮਣੀ ਕਮੇਟੀ ਅਗਵਾਈ ਕਰੂ ਤੇ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰੂ। ਤੇ ਹਰ ਮੌਕੇ ਤੇ ਇਹ ਲੋਕ ਅਸਫਲ ਹੋ ਕੇ ਹੀ ਕਰਕੇ ਦਿਖਾ ਦਿੰਦੇ ਆ। ਜਦੋਂ ਵੀ ਹੁਣ ਮੰਨ ਲਓ ਵੀ ਸਾਡੇ ਪਿਛਲੇ ਦਿਨਾਂ ਦੇ ਵਿੱਚ ਪੰਥ 'ਚ ਇੱਕ ਰੌਲਾ ਪਿਆ, ਵਿਵਾਦ ਉੱਠਿਆ ਸੀਗਾ ਕਿ ਜੀ ਜਿਹੜੇ ਗ੍ਰੰਥ ਨੇ ਪੁਰਾਤਨ, ਉਹਨਾਂ ਦੇ ਵਿੱਚ ਗੜਬੜਾ ਨੇ, ਤੇ ਵਾਕਿਆ ਹੀ ਲੋਕਾਂ ਨੇ ਕਈ ਲਾਈਨਾਂ ਕੱਢ ਕੇ ਲੋਕਾਂ ਨੂੰ ਦੱਸਿਆ ਕਿ ਆਹ ਦੇਖੋ ਜੀ ਐਂ ਲਿਖਿਆ ਹੋਇਆ, ਉਹ ਲਿਖਿਆ ਹੋਇਆ। ਤੇ ਜਦੋਂ ਆਮ ਲੋਕਾਂ ਨੂੰ ਸਮਝ ਲੱਗੀ ਜਾਂ ਪਤਾ ਲੱਗਿਆ ਵੀ ਇਹਨਾਂ ਗ੍ਰੰਥਾਂ ਦਾ ਅਸੀਂ ਇੰਨਾ ਸਤਿਕਾਰ ਕਰਦੇ ਹਾਂ, ਪੁਰਾਤਨ ਗ੍ਰੰਥ ਮੰਨਦੇ ਹਾਂ,
ਇਹਨਾਂ 'ਚ ਘਾਟਾਂ ਨੇ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਗੱਲ ਨਹੀਂ ਦੱਸ ਸਕੀ ਕਿ ਇਹ ਤਾਂ 100 ਸਾਲ ਪਹਿਲਾਂ ਭਾਈ ਕਾਹਨ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਗ੍ਰੰਥ ਦੇ ਭੂਮਿਕਾ ਦੇ ਰੂਪ ਦੇ ਵਿੱਚ ਇਹ ਮਸਲਾ ਪਹਿਲਾਂ ਹੀ ਨਿਬੇੜਿਆ ਹੋਇਆ ਹੈ ਕਿ ਭਾਈ ਇਹਨਾਂ ਗ੍ਰੰਥਾਂ ਵਿੱਚ ਕਈ ਨੁਕਤੇ ਇਹਨਾਂ ਪੱਖਾਂ ਤੋਂ ਗਲਤ ਨੇ, ਪਰ ਇਹਦੇ ਗ੍ਰੰਥਾਂ ਦਾ ਜਿਹੜਾ ਹੈਗਾ ਸੁਧਾਰ ਕਿਉਂ ਨਹੀਂ ਕੀਤਾ ਜਾਂ ਕਿਵੇਂ ਨਹੀਂ ਕੀਤਾ, ਉਹਦੇ ਬਜਾਏ ਵੀ ਇਹਨਾਂ ਨੂੰ ਪੂਰੇ ਦਾ ਪੂਰਾ ਰੱਖ ਲਿਆ ਗਿਆ। ਗ੍ਰੰਥ ਦੇ ਵਿੱਚ ਕੋਈ ਆਪਦੇ ਤੌਰ ਤੇ ਕੱਟ ਨਹੀਂ ਕੀਤਾ ਗਿਆ, ਪਰ ਅਸੀਂ ਉਹਦੇ ਬਾਰੇ ਪੰਥ ਨੂੰ ਪਤਾ ਜ਼ਰੂਰ ਆ ਕਿ ਇਹ ਗੱਲਾਂ ਨੇ, ਇਹ ਨਹੀਂ ਹੈ ਕਿ ਹੁਣੇ ਢੱਡਰੀਆਂ ਵਾਲੇ ਨੂੰ ਦਿਖੀਆਂ ਨੇ ਜਾਂ ਹੁਣੇ ਕਿਸੇ ਨੂੰ ਹੋਰ ਨੂੰ ਦਿਖੀਆਂ ਨੇ। ਇਹ ਤਾਂ ਗੁਰਮਤਿ ਮਾਰਤੰਡ ਦੇ ਮੂਹਰਲੇ ਪਾਸੇ 27-28 ਸਫ਼ੇ ਇਸੇ ਗੱਲ ਤੇ ਲਾਏ ਹੋਏ ਨੇ। ਹੁਣ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਦੱਸ ਸਕੀ ਇਹ ਗੱਲ ਕਿ ਇਹਦਾ 100 ਸਾਲ ਪਹਿਲਾਂ 100 ਸਾਲ ਤੋਂ ਛਪਦੀ ਆ ਰਹੀ ਹੈ ਗੁਰਮਤਿ ਮਾਰਤੰਡ 2 ਭਾਗਾਂ ਦੇ ਵਿੱਚ। ਇਵੇਂ ਹੀ ਹੋਰ ਬਹੁਤ ਸਾਰੀਆਂ ਗੱਲਾਂ ਨੇ। ਇੱਕ ਵਾਰੀ ਇੱਕ ਸਾਡੇ ਕਰਮ ਸਿੰਘ ਹਿਸਟੋਰੀਅਨ ਦੀ ਮੈਂ ਗੱਲ ਦੱਸਾਂ ਵੀ ਉਹਨਾਂ ਦਾ ਇੱਕ ਜਿਹੜਾ ਸੀਗਾ ਦਿਨ ਸੀਗਾ ਕੋਈ, ਤੇ ਮੈਂ ਪੋਸਟ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਲਿਖੀ, ਸਿਫਤ ਕੀਤੀ ਵੀ ਕਰਮ ਸਿੰਘ ਹਿਸਟੋਰੀਅਨ ਨੇ ਬੜਾ ਵਧੀਆ ਕੀਤਾ। ਤਾਂ ਉਦੋਂ ਮੈਨੂੰ ਡਾਕਟਰ ਸੁਖਦਿਆਲ ਸਿੰਘ ਪਟਿਆਲਾ ਯੂਨੀਵਰਸਿਟੀ ਤੋਂ ਪ੍ਰੋਫੈਸਰ ਨੇ, ਉਹਨਾਂ ਨੂੰ ਥੋੜਾ ਜਿਹਾ ਲੱਗਿਆ ਤੇ ਉਹਨਾਂ ਨੇ ਆਪ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਬਹੁਤ ਕੰਮ ਕੀਤਾ ਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਹਨੂੰ ਘੁਮਾਣ ਨੂੰ ਇਸ ਗੱਲ ਦਾ ਪਤਾ ਨਹੀਂ ਹੋਵੇਗਾ। ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਹਨਾਂ ਨੇ ਲਿਖਿਆ ਤੁਸੀਂ ਉਹ ਪੜ੍ਹਿਆ, ਤੇ ਮੈਂ ਪੜ੍ਹਿਆ ਹੋਇਆ ਸੀਗਾ, ਪਰ ਮੈਂ ਜਦੋਂ ਅਗਲੀ ਗੱਲ ਦੱਸੀ ਉਹ ਉਹਨਾਂ ਲਈ ਹੀ ਨਹੀਂ ਬਾਕੀ ਸਾਰਿਆਂ ਲਈ ਵੀ ਬੜੀ ਅਚੰਭੇ ਵਾਲੀ ਗੱਲ ਸੀ ਕਿ ਭਾਈ ਕਰਮ ਸਿੰਘ ਹਿਸਟੋਰੀਅਨ ਜਿਹੜੇ ਆ ਸਾਡੇ, ਉਹਨਾਂ ਨੇ ਵੱਡੀ ਉਮਰ ਦੇ ਵਿੱਚ ਇੱਕ ਜਾ ਕੇ ਜਿਹੜੀ ਕਿਤਾਬ ਕਰਮ ਸਿੰਘ ਹਿਸਟੋਰੀਅਨ ਦੀ 3 ਭਾਗਾਂ 'ਚ ਸ਼੍ਰੋਮਣੀ ਕਮੇਟੀ ਛਾਪਦੀ ਆ, ਕਰਮ ਸਿੰਘ ਹਿਸਟੋਰੀਅਨ ਦੇ ਇਤਿਹਾਸਕ ਲੇਖ, ਮੇਰੀ ਇਤਿਹਾਸਕ ਖੋਜ ਜਾਂ ਜੋ ਵੀ ਹੈ, ਉਹ ਜਿਹੜੇ ਲੇਖ ਨੇ ਉਹਨਾਂ ਦੇ ਬਾਰੇ ਇੱਕ ਲਿਖਤ ਦੇ ਰੂਪ ਦੇ ਵਿੱਚ ਹਿਸਟੋਰੀਅਨ ਜੀ ਨੇ ਲਿਖਿਆ ਕਿ ਹੁਣ ਮੇਰੀ ਉਮਰ ਵੱਡੀ ਹੋ ਗਈ ਆ ਤੇ ਹੁਣ ਮੇਰੇ ਕੋਲੇ ਬਹੁਤ ਮਸਾਲਾ ਜਿਹੜਾ ਮੈਂ ਇਕੱਠਾ ਕੀਤਾ ਪੜ੍ਹਿਆ, ਤੇ ਹੁਣ ਮੈਨੂੰ ਲੱਗਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਿਹੜਾ ਮੈਂ ਲੇਖ ਲਿਖਿਆ ਸੀ ਉਹ ਲਿਖਣ ਮੌਕੇ ਮੈਂ ਕਿੰਨਾ ਬੇਵਕੂਫ ਸੀਗਾ, ਮੈਂ ਕਿੰਨਾ ਗਲਤ ਲਿਖ ਦਿੱਤਾ, ਮੈਂ ਜੇ ਕਰਤਾ ਉਹ ਕਰਤਾ। ਆਮ ਤੌਰ ਤੇ ਕੋਈ ਵਿਦਵਾਨ ਏਦਾਂ ਲਿਖਦਾ ਨਹੀਂ ਹੁੰਦਾ, ਪਰ ਇਹ ਭਾਈ ਕਰਮ ਸਿੰਘ ਹਿਸਟੋਰੀਅਨ ਦੀ ਬਹੁਤ ਵੱਡੀ ਗੱਲ ਸੀ ਕਿ ਉਹਨਾਂ ਨੇ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਸਮਝ ਲੱਗੀ, ਜਦੋਂ ਵੀ ਮੌਕਾ ਮਿਲਿਆ ਉਹਨਾਂ ਨੇ ਮੰਨ ਲਿਆ ਕਿ ਮੇਰੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਇਨਸਾਫ ਨਹੀਂ ਹੋਇਆ। ਤੇ ਅਸੀਂ ਇਹ ਸਾਰੇ ਜਿਹੜੇ ਅੱਜ ਦੇ ਵਿਦਵਾਨ ਲਿਖਾਰੀ ਜਾਂ ਸੱਜਣ ਮਿੱਤਰ ਆ ਸਭ ਇਸ ਗੱਲ ਨੂੰ ਮੰਨਦੇ ਆ ਕਿ ਜਿੰਨੀ ਨਿਮਰਤਾ ਤੇ ਨਿਰਮਾਣਤਾ ਨਾਲ ਹਿਸਟੋਰੀਅਨ ਜੀ ਨੇ ਆਪਦੀ ਮਾਫੀ ਮੰਗੀ ਹੋਈ ਆ, ਗਲਤੀ ਮੰਨੀ ਹੋਈ ਆ, ਆਪਦੇ ਆਪ ਨੂੰ ਬੇਵਕੂਫ ਕਿਹਾ ਹੋਇਆ, ਉਵੇਂ ਹਰੇਕ ਦੇ ਬਸ ਦਾ ਰੋਗ ਨਹੀਂ, ਕਿਉਂਕਿ ਹੰਕਾਰ ਬੜਾ ਵੱਡਾ ਹੁੰਦਾ ਬੰਦੇ ਨੂੰ ਵੀ ਮੈਂ ਲਿਖਾਰੀ ਆ, ਮੈਂ ਦੁਨੀਆ ਨੂੰ ਸੇਧ ਦਿੰਦਾ। ਇਵੇਂ ਹੀ ਭਾਈ ਸੰਤੋਖ ਸਿੰਘ ਜੀ ਆ ਜਾਂ ਗਿਆਨੀ ਜਾਂ ਭਾਈ ਰਤਨ ਸਿੰਘ ਭੰਗੂ ਆ ਜਾਂ ਹੋਰ ਆ, ਸਾਰੇ ਵਿਦਵਾਨ ਜਿਹੜੇ ਨੇ ਇਹ ਏਦਾਂ ਆਪਦੇ ਗ੍ਰੰਥਾਂ ਦੇ ਵਿੱਚ ਸਪਸ਼ਟਤਾ ਦੇ ਨਾਲ ਲਿਖਦੇ ਨੇ ਕਿ ਅਸੀਂ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡ ਰਹੇ, ਪਰ ਬਹੁਤ ਸਾਰੀਆਂ ਗੜਬੜਾਂ ਘਾਟਾਂ ਸਾਡੇ ਗ੍ਰੰਥ 'ਚ ਹੋਣਗੀਆਂ, ਇਹਨਾਂ ਨੂੰ ਪੰਥ ਜਿਹੜਾ ਹੰਸ ਬਿਰਤੀ ਲਾ ਕੇ ਚੁਗ ਲਵੇ। ਹੁਣ ਇਹ ਗੱਲ ਮੈਂ ਇੱਥੇ ਕਿਉਂ ਛੇੜੀ ਆ, ਉਹ ਇਸ ਕਰਕੇ ਛੇੜੀ ਆ ਕਿ ਸ਼੍ਰੋਮਣੀ ਕਮੇਟੀ 100 ਸਾਲ ਦੇ ਵਿੱਚ ਇਹਨਾਂ ਗ੍ਰੰਥਾਂ ਬਾਰੇ ਜੇ ਅੱਜ ਵੀ ਸਾਡੇ ਬੰਦਿਆਂ ਨੂੰ ਕੋਈ ਭਰਮਾ ਸਕਦਾ ਕਿ ਦੇਖੋ ਜੀ ਇਹ ਗ੍ਰੰਥ, ਕਿਉਂ ਨਹੀਂ ਸਪਸ਼ਟਤਾ ਦੇ ਨਾਲ ਹਰੇਕ ਬੰਦੇ ਨੂੰ ਸਾਡੇ ਨੂੰ ਪਤਾ ਕਿ ਇਹ ਗ੍ਰੰਥ ਲਿਖਣ ਵਾਲਿਆਂ ਨੇ ਜੋ ਲਿਖਿਆ ਉਹਦੇ ਵਿੱਚੋਂ ਅਸੀਂ ਹੰਸ ਬਿਰਤੀ ਲਾ ਕੇ ਚੱਜ ਹਲ ਦੀ ਚੀਜ਼ ਰੱਖ ਲੈਣੀ ਆ, ਬਾਕੀ ਨਾਲ ਸਾਡਾ ਕੋਈ ਮਤਲਬ ਨਹੀਂ, ਕਿਉਂਕਿ ਇਹ ਕਿਹੜਾ ਗੁਰੂ ਗ੍ਰੰਥ ਸਾਹਿਬ ਆ, ਸਾਡੀ ਗੁਰਬਾਣੀ ਥੋੜੀ ਹੈ। ਗੁਰਬਾਣੀ ਤੇ ਕਿੰਤੂ ਪਰੰਤੂ ਨਹੀਂ ਅਸੀਂ ਕਰ ਸਕਦੇ। ਬਾਕੀ ਜਿਹੜਾ ਸਾਰਾ ਇਤਿਹਾਸਕ ਇਹ ਲਿਖਤਾਂ ਲਿਖਾਰੀਆਂ ਨੇ ਲਿਖੀਆਂ ਨੇ, ਚਾਹੇ ਉਹਨਾਂ ਦਾ ਅਸੀਂ ਜਿੰਨਾ ਮਰਜ਼ੀ ਸਤਿਕਾਰ ਕਰਦੇ ਹੋਈਏ, ਪਰ ਜੇਕਰ ਕੋਈ ਉਹਦੇ 'ਚ ਗੱਲ ਗਲਤ ਵਾਸੇ ਉਹਨੂੰ ਤਿਆਗਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ, ਅੜੀ ਨਹੀਂ ਕਰਨੀ ਚਾਹੀਦੀ ਕਿ ਇਹ ਗੱਲ ਬਿਲਕੁਲ ਠੀਕ ਆ। ਉਹ ਗਿਆਨੀ ਭਾਈ ਰਤਨ ਸਿੰਘ ਭੰਗੂ ਹੋਵੇ, ਗਿਆਨੀ ਸੰਤੋਖ ਸਿੰਘ ਜੀ ਹੋਣ ਜਾਂ ਹੋਰ, ਸਤਿਕਾਰ ਉਹਨਾਂ ਦਾ ਪੂਰਾ। ਤੇ ਇਵੇਂ ਜਦੋਂ ਗੱਲਾਂ ਦੇ ਨਿਬੇੜੇ ਹੁੰਦੇ ਹੋਣ ਫਿਰ ਪੰਥ 'ਚ ਵਿਵਾਦ ਘੱਟ ਪੈਣ। ਤੇ ਪਿੱਛੇ ਜੇ ਇਸ ਗੱਲ ਦੇ ਲਈ ਵਿਵਾਦਾਂ ਨੂੰ ਨਿਬੇੜਨ ਦੇ ਲਈ ਲੋਕਾਂ ਨੇ ਹੱਲ ਦੱਸਿਆ ਤੇ ਸ਼੍ਰੋਮਣੀ ਕਮੇਟੀ ਕੋਲੇ ਹੱਲ ਇਹ ਆਇਆ ਤੇ ਇਹਨਾਂ ਨੇ ਕਿਹਾ ਕਿ ਠੀਕ ਆ ਜੀ 10 ਗੁਰੂ ਸਾਹਿਬਾਨ ਦੇ ਸਾਨੂੰ ਸਾਰਾ ਸਿੱਖ ਇਤਿਹਾਸ ਨਵੇਂ ਸਿਰੋਂ ਬਿਲਕੁਲ ਲਿਖ ਲੈਣਾ ਚਾਹੀਦਾ, ਪੁਰਾਤਨ ਗ੍ਰੰਥਾਂ ਦੇ ਆਧਾਰ ਦੇ ਉੱਤੇ, ਹੋਰ ਸਾਰਿਆਂ ਦੇ ਆਧਾਰ ਤੇ ਲੋਕਾਂ ਨੂੰ ਕਿੰਤੂ ਪਰੰਤੂ ਕਰਨ ਦਾ ਜਿਹੜਾ ਸਬੱਬ ਆ ਉਹ ਬਚੇ ਨਾ। ਲੋਕ ਕਹਿਣਗੇ ਠੀਕ ਆ ਜੀ ਉਹਨਾਂ ਗ੍ਰੰਥਾਂ 'ਚ ਕੀ ਲਿਖਿਆ ਹੋਇਆ ਉਹ ਗੱਲ ਨੂੰ ਛੱਡੋ, ਆਹ ਸਾਡੇ ਮਾਨਤਾ ਪ੍ਰਾਪਤ ਸਾਡੀ ਜੀਵਨੀ ਆ 10 ਗੁਰੂ ਸਾਹਿਬਾਨ ਦੀ। ਔਰ ਇਹਦੇ ਲਈ ਗਿਆਨੀ ਕਿਰਪਾਲ ਸਿੰਘ ਭਾਈ ਕਿਰਪਾਲ ਸਿੰਘ ਜਿਹੜੇ ਬਹੁਤ ਵੱਡੇ ਸਾਡੀ ਕੌਮ ਦੇ ਵਿਦਵਾਨ ਸੱਜਣ ਹੋਏ ਨੇ, ਹੁਣ ਤਾਂ ਚੜ੍ਹਾਈ ਕਰ ਗਏ, ਉਹਨਾਂ ਦੀ ਕਮਾਂਡ ਹੇਠ ਇੱਕ ਟੀਮ ਵੀ ਬਣਾਈ ਗਈ, ਪਰ ਉਹ ਸਿਆਸਤ ਦੀ ਭੇਡ ਚੜ੍ਹ ਗਈ। ਬਾਅਦ ਵਿੱਚ ਉਹ ਟੀਮ ਨੂੰ ਵੀ ਵਾਪਸ ਲੈ ਲਿਆ ਸਾਰਾ ਕੰਮ।
ਇਹ ਗੱਲ ਦੱਸਣ ਦਾ ਮੇਰਾ ਭਾਵ ਇਹ ਆ ਕਿ ਜੇ 10 ਗੁਰੂ ਸਾਹਿਬਾਨ ਦਾ ਇਤਿਹਾਸ ਹੀ ਨਹੀਂ ਸ਼੍ਰੋਮਣੀ ਕਮੇਟੀ ਕਲੀਅਰਲੀ ਦੇ ਸਕੀ ਕਿ ਆਹ ਕਿਤਾਬਾਂ ਨੇ ਜਿਨ੍ਹਾਂ ਤੇ ਅਕਾਲ ਤਖਤ ਸਾਹਿਬ ਦੀ ਮੋਹਰ ਆ ਔਰ ਸਮੁੱਚੇ ਪੰਥ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ, ਤਾਂ ਬਾਕੀ ਗੱਲਾਂ ਦਾ ਆਪਾਂ ਕੀ ਨਿਖੇੜਾ ਕਰ ਲਾਂਗੇ ਜੀ। ਜੇ ਸਾਡੇ ਕੋਲ 10 ਗੁਰੂ ਸਾਹਿਬਾਨ ਦਾ ਜਾਂ ਉਸ ਤੋਂ ਬਾਅਦ ਦੀਆਂ 2-3 ਸਦੀਆਂ ਜਿਹੜੀਆਂ ਨੇ ਹੈਗੀਆਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਇਤਿਹਾਸ ਉਹ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਜਾਂਦਾ ਹੋਵੇ ਕਿ ਆਹ ਮੁਕੰਮਲ ਉਹ ਇਤਿਹਾਸ ਆ ਜਿਹਦੇ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਹੈ ਤੇ ਇਹ ਅਕਾਲ ਤਖਤ ਸਾਹਿਬ ਤੋਂ ਮਾਨਤਾ ਪ੍ਰਾਪਤ ਆ ਪੰਥ ਪ੍ਰਵਾਨਤਾ, ਤਾਂ ਉਹਦੇ ਬਾਰੇ ਜਿਹੜਾ ਹੈਗਾ ਸਾਡੇ ਲਈ ਸਾਰਿਆਂ ਲਈ ਸੌਖਾ ਹੋ ਜਾਊਗਾ ਕਿ ਠੀਕ ਆ ਹੋਰ ਲਿਖਾਰੀਆਂ ਨੇ ਜਾਂ ਹੋਰ ਬੰਦਿਆਂ ਨੇ ਬੜਾ ਕੁਝ ਲਿਖਿਆ ਹੋਣਾ ਪਰ ਹੁਣ ਅਸੀਂ ਸੋਧ ਲਿਆ। ਇਹਦੇ ਬਾਰੇ ਮੈਂ ਗੱਲ ਦੱਸਣੀ ਚਾਹੁੰਦਾ ਕਿ ਮੈਂ ਇੱਕ ਲਿਖਤ ਪੜ੍ਹ ਰਿਹਾ ਸੀ, ਉਹਦੇ ਵਿੱਚ ਜ਼ਿਕਰ ਆਇਆ ਕਿ ਇੱਕ ਵੇਲਾ ਆਇਆ ਜਦੋਂ ਈਸਾ ਜੀ ਦੀਆਂ ਬਹੁਤ ਤਰ੍ਹਾਂ ਦੀਆਂ ਫੋਟੋਆਂ ਜਿਹੜੀਆਂ ਪੇਂਟਿੰਗਾਂ ਜਿਸ ਪੇਂਟਰਾਂ ਨੇ ਆਪੋ ਆਪਦੇ ਹਿਸਾਬ ਨਾਲ ਬਣਾ ਲਈਆਂ ਤੇ ਹਰੇਕ ਪੇਂਟਿੰਗ ਵਿੱਚ ਪੇਂਟਰ ਨੇ ਆਪੋ ਆਪਦੇ ਇਲਾਕੇ ਦੀਆਂ ਲੋੜਾਂ ਦੇ ਹਿਸਾਬ ਨਾਲ ਜਾਂ ਆਪੋ ਆਪਦੇ ਇਲਾਕੇ ਦੇ ਮਨੁੱਖ ਦੇ ਹਿਸਾਬ ਨਾਲ ਈਸਾ ਜੀ ਨੂੰ ਚਿੱਤਰ ਦਿੱਤਾ। ਅਖੀਰ ਉਹਨਾਂ ਨੂੰ ਇਹ ਗੱਲ ਦਾ ਕੋਈ ਹੱਲ ਲੱਭਣ ਦੀ ਲੋੜ ਮਹਿਸੂਸ ਹੋਈ ਤਾਂ ਈਸਾਈ ਭਾਈਚਾਰੇ ਨੇ ਰਲ ਮਿਲ ਕੇ ਈਸਾ ਜੀ ਦਾ ਇੱਕ ਪ੍ਰਵਾਨਿਤ ਜਿਹੜਾ ਸੀ ਚਿੱਤਰ ਕੇ ਇੱਥੇ ਇੱਕ ਆਹ ਚੀਜ਼ ਹੋਣੀ ਚਾਹੀਦੀ ਆ, ਇਸ ਤੋਂ 19-21 ਦਾ ਫਰਕ ਦਾ ਬਰਦਾਸ਼ਤ ਕੀਤਾ ਜਾ ਸਕਦਾ ਪਰ ਆਹ ਚੀਜ਼ ਬਣਨੀ ਚਾਹੀਦੀ ਆ। ਇਸੇ ਕਰਕੇ ਫਿਰ ਉਹ ਯੂਨੀਫਿਕੇਸ਼ਨ ਹੋ ਗਈ ਵੀ ਸਾਰੇ ਸੰਸਾਰ ਵਿੱਚ ਈਸਾ ਜੀ ਦੇ ਚਿੱਤਰ ਜਿਹੜੇ ਆ ਇੱਕੋ ਜਿਹੇ ਹੋਣਗੇ। ਪਰ ਸਾਡੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਇੱਥੇ ਆ ਕੇ ਬਹੁਤ ਵੱਡੀ ਮਾਰ ਰਹੀ ਹੈ। ਚਾਹੀਦਾ ਤੇ ਇਹ ਆ ਕਿ 10 ਗੁਰੂ ਸਾਹਿਬਾਨ ਦਾ ਇਤਿਹਾਸ ਇੱਕ ਰੂਪਤਾ ਦੇ ਵਿੱਚ ਵੀ ਹਰੇਕ ਬੰਦਾ ਕਵੇ ਕਿ ਬਾਕੀ ਗੱਲਾਂ ਛੱਡੋ ਜੀ, ਆਹ ਦੇਖੋ ਆਹ ਸਾਡੇ ਪੰਥ ਪ੍ਰਵਾਨਿਤ ਸਾਡੀ ਕੌਮ ਦਾ ਇਤਿਹਾਸ ਆ, ਇਹਦੇ ਉੱਤੇ ਗੱਲ ਕਰੋ। ਇਹ ਛੱਡੋ ਕਿ ਭਾਈ ਵੀਰ ਸਿੰਘ ਨੇ ਜਾਂ ਕਿਸੇ ਹੋਰ ਗ੍ਰੰਥ ਵਿੱਚ ਕੀ ਘਾਟਵਾਦ ਆ, ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਲਿਖਤਾਂ ਨੂੰ ਆਧਾਰ ਬਣਾ ਕੇ ਕਸਮੱਟੀ ਪੂਰਾ ਨਿਰਖ ਪਰਖ ਲਿਆ ਜਾਵੇ ਔਰ ਜਿਹੜੀ ਗੱਲ ਗੁਰਮਤਿ ਸਿਧਾਂਤ ਅਨੁਸਾਰ ਅਨੁਕੂਲ ਨਹੀਂ, ਜਿਹੜੀ ਗੱਲ ਦੇ ਉੱਤੇ ਪੰਥ 'ਚ ਇੱਕ ਰਾਏ ਨਹੀਂ ਹੈਗੀ, ਉਹਨਾਂ ਨੂੰ ਛੱਡਿਆ ਜਾ ਸਕਦਾ। ਇੱਥੋਂ ਤੱਕ ਕਿ ਹਰੇਕ ਬੰਦੇ ਕੋਲ ਆਪਣੇ ਆਪ ਦੇ ਵਿੱਚ ਉਹ ਗ੍ਰੰਥ ਜਿਹੜਾ ਹੈਗਾ ਇੱਕ ਸੰਪੂਰਨਤਾ ਦੇਣ ਵਾਲਾ, ਉਹਨੂੰ ਉਹਦੀ ਜੀਵਨੀ ਨੂੰ ਉਹਦੇ ਆਪ ਦੇ ਅੰਦਾਜ਼ ਨੂੰ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲਾ ਜਿਹੜਾ ਹੈਗਾ ਉਹ ਹੋਵੇਗਾ। ਪਰ ਕਮਾਲ ਦੀ ਗੱਲ ਆ ਕਿ ਸ਼੍ਰੋਮਣੀ ਕਮੇਟੀ ਇਸ ਮਸਲੇ ਉੱਤੇ ਪੂਰੀ ਤਰ੍ਹਾਂ ਅਸਫਲ ਆ ਤੇ ਜਿੱਥੋਂ ਤੱਕ ਪ੍ਰਚਾਰ ਦੀ ਗੱਲ ਆ, ਹੁਣ ਢਾਡੀ ਸਿੰਘ ਰੋਜ਼ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੇ ਆ ਉਹ ਗਾਇਨ ਕਰਦੇ ਆ, ਹਰ ਰੋਜ਼ ਕਥਾ ਕੀਰਤਨ ਵੀ ਹੁੰਦੀ ਆ ਦਰਬਾਰ ਸਾਹਿਬ ਦੇ ਵਿੱਚ, ਹੋਰ ਵੀ ਬਹੁਤ ਕੁਛ ਆ। ਪਰ ਉਹਦੇ ਨਾਲ ਜਿਹੜਾ ਅੱਜ ਦੇ ਸਮੇਂ ਦੀਆਂ ਲੋੜਾਂ ਨੇ ਵੀ ਇੱਕ ਅਖਬਾਰ ਹੀ ਸ਼ੁਰੂ ਕਰ ਲਓ। ਹੁਣ ਅਖਬਾਰ ਤਾਂ ਚਲੋ ਪਿੱਛੇ ਰਹਿ ਗਿਆ, ਪਿਛਲੇ 50 ਸਾਲ ਤੋਂ ਪੰਥ ਵਿੱਚ ਇਹ ਚੱਲਦੀ ਰਹੀ ਆ ਗੱਲ ਕਿ ਸ਼੍ਰੋਮਣੀ ਕਮੇਟੀ ਆਪਦਾ ਅਖਬਾਰ ਕਾਹਤੋਂ ਨਹੀਂ ਸ਼ੁਰੂ ਕਰਦੀ। ਗੁਰਮਤਿ ਪ੍ਰਕਾਸ਼ ਨਾਮ ਦਾ ਇੱਕ ਮੈਗਜ਼ੀਨ ਸ਼੍ਰੋਮਣੀ ਕਮੇਟੀ ਲੰਮੇ ਅਰਸੇ ਤੋਂ ਛਾਪਦੀ ਹੈ, ਪਰ ਉਹ ਕਿੰਨੇ ਕੁ ਬੰਦੇ ਪੜ੍ਹਦੇ ਆ। ਹੁਣ ਅਸੀਂ ਖਾਲਸਾ ਫਤਿਹਨਾਮਾ ਨਾਮ ਦਾ ਇੱਕ ਮੈਗਜ਼ੀਨ ਇੱਥੇ ਬੰਗਾਰ ਨਿਕਲਦਾ, ਸੰਤ ਸਿਪਾਹੀ ਨਿਕਲਦਾ, ਦੁਨੀਆ ਪਿਛਲੇ ਦੌਰ ਵਿੱਚ ਕਦੇ ਖੰਡੇ ਧਾਰ ਸੰਪਰਕ, ਉਹਨਾਂ ਨੂੰ ਸਾਰਾ ਪੰਥ ਟੁੱਟ ਕੇ ਪੈਂਦਾ ਪੜ੍ਹਦਾ ਉਹਨਾਂ ਨੂੰ ਵੀ ਹਾਂ ਯਾਰ ਇਹਨਾਂ 'ਚ ਕੋਈ ਗੱਲ ਹੋਣੀ ਹੈ। ਗੁਰਮਤਿ ਪ੍ਰਕਾਸ਼ ਮੈਗਜ਼ੀਨ ਜਿਹੜਾ ਹੈਗਾ ਬਹੁਤ ਹੀ ਘੱਟ ਰੇਟ ਤੇ ਬੜੇ ਵਧੀਆ ਕਾਗਜ਼ ਉੱਤੇ ਛਪਦਾ, ਪਰ ਉਹਨੂੰ ਪੰਥ ਦੇ ਵਿੱਚ ਇੰਨੀ ਜ਼ਿਆਦਾ ਪ੍ਰਤਿਭਾ ਕਿਉਂ ਨਹੀਂ ਮਿਲ ਰਹੀ, ਪ੍ਰਵਾਨਗੀ ਕਿਉਂ ਨਹੀਂ ਮਿਲ ਰਹੀ? ਸ਼੍ਰੋਮਣੀ ਕਮੇਟੀ ਨੂੰ ਕੋਈ ਬਿਰਤਾ ਨਹੀਂ, ਕਿਉਂਕਿ ਉਹਨੂੰ ਤਨਖਾਹ ਮਿਲ ਰਹੀ ਹੈ ਜੀ, ਤਨਖਾਹ ਮਿਲਣੀ ਚਾਹੀਦੀ ਹੈ। ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਇਹਦਾ ਲੋਕਾਂ 'ਚ ਵਾਧਾ ਕਿਵੇਂ ਹੋਵੇ। ਪੰਥ ਦਾ ਪੈਸਾ ਜਿਹੜਾ ਹੈ ਉਹ ਤੁਸੀਂ ਖਰਚ ਰਹੇ ਹੋ, ਪਰ ਉਹਨੂੰ ਲੋਕਾਂ 'ਚ ਵਧਾਓ ਵੀ। ਇਵੇਂ ਹੀ ਬਹੁਤ ਵੱਡੀ ਗਿਣਤੀ ਵਿੱਚ ਫ੍ਰੀ ਲਿਟਰੇਚਰ ਜਿਹਨੂੰ ਕਹਿੰਦੇ ਆ, ਸਿੱਖ ਰਹਿਤ ਮਰਿਆਦਾ ਤੇ ਹੋਰ ਬਹੁਤ ਸਾਰੇ ਗ੍ਰੰਥ ਨੇ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਲਿਟਰੇਚਰ ਦੇ ਰੂਪ 'ਚ ਛਾਪੇ ਜਾਂਦੇ ਆ, ਫ੍ਰੀ ਭੇਟਾ ਰਹਿਤ ਵੰਡੇ ਜਾਂਦੇ ਆ। ਪਰ ਉਹ ਭੇਟਾ ਰਹਿਤ ਪਿੰਡਾਂ 'ਚ ਕਿਉਂ ਨਹੀਂ ਪਹੁੰਚਦੇ, ਆਮ ਲੋਕਾਂ 'ਚ ਉਹਨਾਂ ਦੀ ਦਿਲਚਸਪੀ ਕਿਉਂ ਨਹੀਂ? ਹੋਣਾ ਤਾਂ ਇਹ ਚਾਹੀਦਾ ਕਿ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਪਹੁੰਚਦੀਆਂ ਤੇ ਜਿਹੜੇ ਵਾਪਸੀ ਦੇ ਉੱਤੇ ਹਰੇਕ ਦੇ ਕੋਲੇ ਉਹ ਭੰਡਾਰੇ ਹੋਣੇ ਚਾਹੀਦੇ ਨੇ, ਅੱਡ-ਅੱਡ ਬੋਲੀਆਂ 'ਚ ਛਪੇ ਹੋਏ। ਬਹੁਤ ਕੁਝ ਛਪਦਾ, ਇਹ ਨਹੀਂ ਹੈਗਾ ਕਦੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਜਿੱਥੇ ਇਹ ਫ੍ਰੀ ਲਿਟਰੇਚਰ ਪਿਆ, ਜਦੋਂ ਕਦੇ ਜਾ ਵੜੀ ਦਾ ਅੱਖਾਂ ਬੰਦੇ ਦੀਆਂ ਬੰਦਾ ਹੱਕਾ ਬੱਕਾ ਰਹਿ ਜਾਂਦਾ ਵੀ ਐਡੇ ਭੰਡਾਰ ਲੱਗੇ ਪਏ ਨੇ, ਪਰ ਉਹਨਾਂ ਨੂੰ ਸਿਸਟਮੈਟਿਕ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਕਾਹਤੋਂ ਨਹੀਂ ਜਾਂਦਾ? ਇਹਦਾ ਮਤਲਬ ਸਪਸ਼ਟ ਵਾ, ਕਹਿੰਦੇ ਛਾਪੀ ਤਾਂ ਚੱਲੋ ਪਰ ਇਹ ਉੱਪਰ ਦੇ ਨਹੀਂ ਕਰਨੇ। ਕਿਉਂ ਨਹੀਂ ਉੱਪਰ ਦੇ ਕਰਨੇ? ਕਿਉਂਕਿ ਇਹਨਾਂ ਨੂੰ ਨਾ ਉੱਪਰ ਦੇ ਕਰਨ ਦੀ ਤਨਖਾਹ ਮਿਲਦੀ ਲੱਗਦੀ ਆ, ਇਹਨਾਂ ਨੂੰ ਪਹੁੰਚਾਉਣ ਦੀ ਤਨਖਾਹ ਨਹੀਂ ਲੱਗਦੀ। ਇਹਦੀ ਬਜਾਏ ਜੇਕਰ ਸਾਡੇ ਖਾਲਸਾ ਸਕੂਲਾਂ, ਕਾਲਜਾਂ ਜਾਂ ਹੋਰਨਾਂ ਯੂਨੀਵਰਸਿਟੀਆਂ ਦੇ ਜਾਂ ਹੋਰਨਾਂ ਆਮ ਸਿੱਖਾਂ ਨੂੰ ਹੀ ਤੁਸੀਂ ਇਸ ਗੱਲ ਲਈ ਲਾ ਦਿਓ ਵੀ ਤੁਸੀਂ ਫ੍ਰੀ ਲਿਟਰੇਚਰ ਵੰਡਣਾ, ਪਰ ਜਿੰਨਾ ਉੱਥੇ ਲਿਟਰੇਚਰ ਪਿਆ ਇੱਕ ਦਿਨ ਦੇ ਵਿੱਚ ਸ਼ਾਮ ਨੂੰ ਸਿੱਖ ਨੌਜਵਾਨ, ਸਿੱਖ ਕੁੜੀਆਂ ਮੁੰਡੇ ਸਾਡੇ ਵੰਡ ਕੇ ਆਉ ਜਾਣਗੇ ਤੇ ਦੁਨੀਆ ਭਰ ਦੇ ਵਿੱਚ ਜਿਵੇਂ ਈਸਾਈ ਆ
ਉਹ ਕਿਤਾਬਾਂ ਲਿਟਰੇਚਰ ਵੰਡਦੇ ਆ, बड़ा बनते हैं। तो अपने बहुते बंदे असीं पिंडां च रहिंदे आ, उन्होंने देख के कहीदा भी असीं नहीं लेना जी, नहीं जाओ तो असीं लेना नहीं। वो कहते कोई गल नहीं जी, तुसीं रख लो, कोई तो पढ़ू। वो कहते कदे पढ़ू। तो अपने श्रोमणी कमेटी का छपया छपाया जिहड़ा हैगा वो कोई उथों जिहड़ा हैगा देण नूं तैयार नहीं, तो इधर जिहड़ा असीं लैण नूं तैयार नहीं हुंदे। ईसाइयां दा पिंडां च लिटरेचर जिहा वो उत्थे भी धक्के दे साडे ते थोपदे रहिंदे ने। ते अगे आ जाओ, जिहड़ा कैलेंडर नानकशाही कैलेंडर जां श्रोमणी कमेटी हुण हर साल कैलेंडर छापदी आ, वो इन्ना घट छापे जांदा भी वो पंजाब दे हर घर हर दुकान ते। चलो ठीक आ, नानकशाही कैलेंडर ते एक कंट्रोवर्सी साडे च पै गई है, क्योंकि बहुत सारा पंथ का हिस्सा जिहड़ा हैगा वो जिहड़ा 2003 दे विच कैलेंडर रिलीज होया सी वो ते स्टैंड करदे आ। बाकी पर जो चलो श्रोमणी कमेटी छापदी भी आ, वो किन्ना घट छापिया जांदा होਊ, ये सोच के हैरानी हुंदी आ भी ਉਹਨੂੰ ਲੁਕੋ के जे जिवें घट ਤੋਂ घट लोकां कोल जावे। क्यों भाई पंथ के पैसे नाल छपदा, वध तो वध काहतों नहीं? जो चंगी चीज़ आ, सही चीज़ आ, तो वो इन्नी गिणती च क्यों घट छापी जाती है कि वो 2-4 आपदे बंदा ते घरे जाओ। असीं अंमृतसर बैठे आ इत्थे, जे असीं कैलेंडर लेना होवे तां 20 बंदियां दीयां मिन्नतां तरले करने करके भी तुसीं छापिया कि इस बार दा तां कैलेंडर मिलदा। पता नहीं एडा किड्डी को अहम चीज़ आ जिहनूं वो लुको के रखदे आ भी कोई देख ना लवे। दूजे पासे आ जाओ बई जिहड़ा इत्थे साडे प्रचारक ने, ਉਹਨਾਂ ਨੂੰ ਰਿਫਰੈਸ਼ਰ ਕੋਰਸ ਕਰਾ ਕੇ ਉਹਨਾਂ ਨੂੰ ਮਾਡਰਨ ਅੱਜ ਦੇ ਸਮੇਂ ਦੇ ਹਾਣੀ ਕਰਵਾ ਕੇ ਉਹਨਾਂ ਦਾ ਪੂਰਾ ਲਾਹਾ ਲੈਣ ਦੀ ਬਜਾਏ ਉਹਨਾਂ ਨੂੰ ਆਪਦੇ ਸਿਫਾਰਸ਼ੀ ਹੋਣ ਕਰਕੇ ਲੀਡਰ ਲੋਕ ਜਿਹੜੇ ਆਪਦੇ ਕੰਮਾਂ 'ਚ ਰਝਾਈ ਰੱਖਦੇ ਆ। ਕਈ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਮੁਲਾਜ਼ਮ ਨੇ, ਪ੍ਰਚਾਰਕ ਨੇ, ਰਾਗੀ ਢਾਡੀ ਕਥਾਕਾਰ ਨੇ, ਬਹੁਤ ਹੀ ਜ਼ਿਆਦਾ ਆਲਾ ਦਰਜੇ ਦੇ ਵਿਦਵਾਨ ਨੇ। ਕਈ ਇਹੋ ਜਿਹੇ ਕਥਾਕਾਰ ਨੇ, ਕਈ ਕੀਰਤਨੀਏ ਨੇ ਜਿਹੜੇ ਆਪਦੇ ਖੇਤਰ ਦੇ ਬਹੁਤ ਵੱਡੇ ਮਾਹਿਰ ਨੇ, ਪਰ ਉਹਨਾਂ ਦਾ ਫਾਇਦਾ ਪੰਥ ਨੂੰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਉਹਨਾਂ ਦੀ ਜਿਹੜੀ ਵਰਤੋਂ ਆ ਉਹਨੂੰ ਕਰਨੀ ਨਹੀਂ ਆ ਰਹੀ। ਜੇ ਕਿਤੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਫ ਕਰਨਾ ਜੀ, ਜੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਚੈਨਲ ਚਲਾਇਆ ਜਾ ਰਿਹਾ ਹੋਵੇ, ਟੀਵੀ ਚੈਨਲ, ਉਹ 24 ਘੰਟੇ ਚੱਲੇ, 24 ਘੰਟੇ ਉੱਤੇ ਪ੍ਰੋਗਰਾਮ ਹੁੰਦੇ ਹੋਣ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਹੁਣ ਤਾਂ ਇੱਥੇ ਸਿਫਾਰਸ਼ਾਂ ਲੱਗ ਰਹੀਆਂ ਨੇ ਕਿ ਮੈਨੂੰ 2 ਮਿੰਟ ਮੰਜੀ ਸਾਹਿਬ ਪ੍ਰੋਗਰਾਮ ਮਿਲ ਜਾਵੇ ਜਾਂ ਮੈਨੂੰ ਕੀਰਤਨ, ਉੱਥੇ ਫਿਰ ਕੀ ਹੋਊਗਾ? ਫਿਰ ਤਾਂ ਉੱਥੇ ਹਰੇਕ ਵਧੀਆ ਤੋਂ ਵਧੀਆ ਆਪਦੀ ਯੋਗਤਾ ਦਿਖਾਊਗਾ, ਗੌਰ ਇਤਿਹਾਸ ਬਾਰੇ, ਧਰਮ ਬਾਰੇ, ਨੈਤਿਕਤਾ ਬਾਰੇ, ਪੁਰਾਤਨ ਗ੍ਰੰਥਾਂ ਤੇ ਖੋਜਾਂ ਕਰਕੇ ਡਿਬੇਟਸ ਹੋਣਗੀਆਂ। ਤੇ ਉਹ ਸਾਰੇ ਜਿਹੜੇ ਪ੍ਰੋਗਰਾਮ ਨੇ ਉਹ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਸਿੱਖੀ ਨਾਲ ਜੋੜਨ ਦੇ ਨਾਲ ਗੈਰ ਸਿੱਖਾਂ ਨੂੰ ਵੀ ਬਹੁਤ ਉਹਦਾ ਫਾਇਦਾ ਹੋਊਗਾ ਕਿ ਸਿੱਖ ਸਿਧਾਂਤ ਕੀ ਹੈ। पर श्रोमणी कमेटी ने तो गुरमत प्रकाश तो अगे सोचा ही कुछ नहीं, तो गुरमत प्रकाश कोई चक्कन नूं हत्थ च फड़न नूं तैयार नहीं हैगा। ते जिहड़ा हैगा कोई अखबार हुण छापो ना छापो, हुण तां कोई फायदा नहीं अखबार दा, तां हुण इररेलेवेंट हो चुक्या अखबार अज दे समय दे विच। अखबार दी बजाय अज भी जे चैनल शुरू कर लिया जावे तां उस चैनल दे नाले तां उहदे च तुसीं उह च जिहड़ा हैगा होर इनकम जिहड़ी हैगी हो सकदी है। इहो ਜਿਹੇ इश्तिहार कैस्टां दे, धार्मिक लिटरेचर दे, गाउण बजाउण वाले ਜਿਹੜੇ धार्मिक गीत गाउंदे आ ਉਹਨਾਂ ਦੇ, ਹੋਰ ਬਹੁਤ ਸਾਰੇ ਕੰਮਾਂ ਦੇ ਉਹਦੇ 'ਚ ਇਸ਼ਤਿਹਾਰ ਤੁਹਾਨੂੰ ਮਿਲੂ, ਰੈਵਨਿਊ ਆਊਗਾ। ਤੇ ਉਹਦੇ ਨਾਲ ਜਿਹੜੇ ਰਾਗੀ ਢਾਡੀ ਕਥਾਕਾਰ ਪ੍ਰੋਗਰਾਮ ਤਿਆਰ ਕਰਨਗੇ, ਸਟੂਡੀਓ ਆਉਂਦਾ ਹੋਊ, ਉਹ ਸਟੂਡੀਓ 'ਚ ਪ੍ਰੋਗਰਾਮ ਤਿਆਰ ਕਰੋ। ਕੱਲਾ ਇੱਕ ਲਗਾਤਾਰ ਪ੍ਰਚਾਰ ਬੈਠ ਕੇ ਪ੍ਰਚਾਰ ਕਰੀ ਜਾਵੇ, ਉਹਦੇ ਨਾਲੋਂ ਉਹਨਾਂ ਗੁਰਧਾਮਾਂ ਦੀ ਯਾਤਰਾ ਵੀ ਆਹ ਦੇਖੋ ਜੀ ਅੱਜ ਜਿਹੜਾ ਹੈਗਾ ਸਾਡੀ ਟੀਮ ਹੈ ਜਿਹੜੀ ਉਹ ਗੁਰਦੁਆਰਾ ਬੇਰ ਸਾਹਿਬ ਗਈ ਆ, ਅੱਜ ਜੀ ਪਿਪਲੀ ਸਾਹਿਬ ਗਈ ਆ, ਅੱਜ ਟਾਹਲੀ ਸਾਹਿਬ ਗਏ ਆ, ਆਹ ਦੇਖੋ ਜੀ ਇੱਥੇ ਗੁਰੂ ਸਾਹਿਬ ਨੇ ਆਹ ਕੀਤਾ ਉਹ ਕੀਤਾ। ਉਹ ਲਾਈਵ ਜਿਹੜਾ ਹੈਗਾ ਦੁਨੀਆ ਇੱਥੇ ਦੂਰ ਦਰਾਡੇ ਤੱਕ ਬੈਠੇ ਲੋਕ ਆ ਜਿਹੜੇ ਉਹ ਉਸ ਚੀਜ਼ ਨਾਲ ਜੁੜੇ ਰਹਿਣਗੇ। ਜਦੋਂ ਮੈਂ 2004 ਦੇ ਵਿੱਚ ਪਾਕਿਸਤਾਨ ਜਥੇ ਨਾਲ ਗਿਆ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੀ ਯਾਤਰਾ ਲਈ, ਉੱਥੇ ਅਫਗਾਨਿਸਤਾਨ ਦੇ ਉਸ ਵੇਲੇ ਦੇ ਕੁਝ ਸੱਜਣ ਸੀਗੇ, ਉਹਨਾਂ ਨਾਲ ਮੇਲ ਮੁਲਾਕਾਤ ਹੋਈ, ਹੋਰ ਵੀ ਦੁਨੀਆ ਭਰ ਦੇ ਵਿੱਚੋਂ ਅੱਡ-ਅੱਡ ਥਾਵਾਂ ਤੋਂ ਆਏ ਸੀਗੇ। ਤੇ ਮੈਂ ਉੱਥੇ ਰਹਿ ਕੇ ਇਹ ਗੱਲ ਦਾ ਅਹਿਸਾਸ ਕੀਤਾ ਕਿ ਜਿਹੜਾ PTC ETC ਚੈਨਲ ਨੇ ਜਿਹੜਾ ਇਹਦੇ ਤੇ ਦਰਬਾਰ ਸਾਹਿਬ ਤੋਂ ਪ੍ਰਸਾਰਨ ਹੁੰਦਾ, ਇਹਨਾਂ ਦੀ ਕਿੱਡੀ ਅਹਿਮੀਅਤ ਆ, ਕਿਉਂਕਿ ਇਹ ਲਾਈਵ ਦਰਬਾਰ ਸਾਹਿਬ ਨੂੰ ਉਸ ਮੌਕੇ ਦੇਖ ਰਹੇ ਹੁੰਦੇ ਆ ਕਿ ਕਮਾਲ ਆ, ਸਾਡਾ ਧਰਮ ਦਾ ਸਥਾਨ ਆ। ਕਿਉਂਕਿ ਉਹ ਅਫਗਾਨਿਸਤਾਨ, ਪਾਕਿਸਤਾਨ ਜਾਂ ਹੋਰਨਾਂ ਮੁਲਕਾਂ 'ਚ ਜਿੱਥੇ ਬੈਠੇ ਆ, ਦੂਰ ਦਰਾਡੇ ਮੁਲਕਾਂ 'ਚ ਬੈਠੇ ਆ, ਉਹਨਾਂ ਨੂੰ ਸਾਡੇ ਵਾਂਗੂ ਨਹੀਂ ਹੈਗਾ ਕਿ ਚੱਕੀ ਗੱਡੀ ਤੇ ਜਿਹੜੀ ਦਰਬਾਰ ਸਾਹਿਬ ਚਲੇ ਗਏ। ਤੇ ਇਹਨਾਂ ਦੀ ਬੜੀਆਂ ਔਖਾਂ ਨੇ ਤੇ ਕਮਾਲ ਆ, ਇਹ ਤਾਂ ਬਹੁਤ ਵਧੀਆ ਸਾਧਨ ਆ। ਜੇ PTC ETC ਵਰਗੇ ਚੈਨਲਾਂ ਰਾਹੀਂ ਦਰਬਾਰ ਸਾਹਿਬ ਤੋਂ ਹੋਣ ਵਾਲੇ ਲਾਈਵ ਟੈਲੀਕਾਸਟ ਸਿੱਖਾਂ ਲਈ ਇੰਨੇ ਅਹਿਮ ਨੇ, ਤੇ ਜੇ ਕਿਤੇ 24 ਘੰਟੇ ਚੱਲਣ ਵਾਲਾ ਚੈਨਲ ਹੋਵੇ
ਤਾਂ ਭਾਰਤ ਦੇ ਸਾਰੇ ਗੁਰਧਾਮਾਂ ਦੀ ਉਹਦੇ ਵਿੱਚ ਦੀ ਜੇ ਲੜੀ ਸ਼ੁਰੂ ਕਰ ਲਈਏ, ਜਿਵੇਂ ਇੱਕ ਡਿਸਕਵਰੀ ਚੈਨਲ ਤੇ ਦਿਖਾਉਂਦੇ ਹੁੰਦੇ ਸੀਗੇ ਵੀ ਆਹ ਚੀਜ਼ ਇਦਾਂ ਆ, ਉਦਾਂ ਉਹਦਾ ਇਤਿਹਾਸ ਦੱਸਣਾ ਸਾਰਾ, ਤੇ ਬੜੇ ਸੁਚੱਜੇ ਤਰੀਕੇ ਨਾਲ ਪ੍ਰੋਗਰਾਮ ਬਣਾਏ ਜਾ ਸਕਦੇ ਆ। ਜਿਵੇਂ ਮੰਨ ਲਓ ਵੀ ਇੱਕ 4-5 ਨੌਜਵਾਨਾਂ ਦਾ, ਮੁੰਡੇ ਦਾ ਗਰੁੱਪ ਵਾ ਜਿਨ੍ਹਾਂ ਜੀਵਨ ਵਧੀਆ ਭਾਵੇਂ ਉਸ ਟਾਈਮ ਨਹੀਂ ਹੈਗਾ, ਤੇ ਉਹ ਇੱਕ ਟੀਮ ਨੌਜਵਾਨ ਜਿਹੜੇ ਨੇ ਉਹ ਕਿਸੇ ਬਜ਼ੁਰਗ ਨਾਲ ਗੱਲਬਾਤ ਕਰਦੇ ਆ, ਤੇ ਨਾਲੇ ਤਾਂ ਉਹ ਧਰਮ ਦੇ ਸਿਧਾਂਤ ਉਹਨਾਂ ਨੂੰ ਦੱਸਦਾ, ਨਾਲੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਵੀ ਇੱਥੇ ਸੁਲਤਾਨਪੁਰ ਲੋਧੀ ਚ ਗੁਰੂ ਸਾਹਿਬ ਨੇ ਆਹ ਕੀਤਾ, ਜਾਂ ਇੱਥੇ 13 ਤੋਲਿਆ, ਜਾਂ ਹੋਰ ਜਿਹੜੀਆਂ ਸਾਖੀਆਂ ਸਾਡੇ ਇਤਿਹਾਸ ਦੀਆਂ, ਅਨੰਦਪੁਰ ਸਾਹਿਬ ਦੀਆਂ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਦੀਆਂ, ਉਹ ਸਾਰੀਆਂ ਗੱਲਾਂ ਬਾਤਾਂ ਸੁਣਦੇ ਸੁਣਾਉਂਦੇ ਐਂਡ ਦੇ ਉੱਤੇ ਦਿਖਾਇਆ ਇਹ ਜਾਵੇ ਕਿ ਉਹਨਾਂ ਬੱਚਿਆਂ ਉੱਤੇ ਫਿਰ ਸਿੱਖੀ ਦਾ ਅਸਰ ਕੀ ਹੋਇਆ। ਔਰ ਕੱਲਾ ਜਿਹੜਾ ਹੈਗਾ ਪੰਜਾਬੀ ਵਿੱਚ ਨਹੀਂ, ਹੋਰ ਬੋਲੀਆਂ ਚ, ਹਿੰਦੀ ਚ, ਅੰਗਰੇਜ਼ੀ ਚ ਵੱਧ ਤੋਂ ਵੱਧ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਬਣਾ ਕੇ ਚੈਨਲ ਜਿਹੜਾ ਹੈਗਾ ਉਹ ਕਾਮਯਾਬੀ ਨਾਲ ਸਿੱਖੀ ਦਾ ਸੰਦੇਸ਼ ਦੇਣ ਵਾਲਾ ਬਣਾਇਆ ਜਾ ਸਕਦਾ। ਅੱਜ ਸਾਡੇ ਧਰਮ ਦੇ ਉੱਤੇ ਬਹੁਤ ਭਾਰੀ ਹਮਲਾ ਹੋਇਆ ਹੋਇਆ। ਅੱਜ ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਅੱਡ-ਅੱਡ ਕਾਰਨਾਂ ਕਰਕੇ ਉਹਨਾਂ ਕੋਲੇ ਬੜੇ ਬਹਾਨੇ ਨੇ, ਔਰ ਜਦੋਂ ਕਿਸੇ ਬੰਦੇ ਨੇ ਛੱਡਣਾ ਹੁੰਦਾ ਕਿਸੇ ਧਰਮ ਨੂੰ, ਉਹ ਦਲੀਲਾਂ, ਉਹ ਬਹਾਨੇ ਲੱਭ ਹੀ ਲੈਂਦਾ, ਤੇ ਜਿਹਨੇ ਨਿਭਣਾ ਹੁੰਦਾ ਉਹਨੂੰ ਕਿਸੇ ਬਹਾਨੇ ਦੀ ਲੋੜ ਨਹੀਂ ਹੁੰਦੀ। ਮੈਂ ਉਹ ਜਿਹੜੇ ਜਾ ਰਹੇ ਨੇ, ਭੱਜ ਰਹੇ ਨੇ, ਉਹਨਾਂ ਦੀ ਤਾਂ ਗੱਲ ਆਪਾਂ ਵੱਖਰੀ ਕਰਦੇ ਹਾਂ, ਪਰ ਜਿਨ੍ਹਾਂ ਲਈ ਹਾਲਾਤ ਬਣਾਉਣੇ ਸੀ ਆਪਾਂ ਕਿ ਉਹ ਸਿੱਖੀ 'ਚ ਖੜੇ ਰਹਿਣ, ਜਿਨ੍ਹਾਂ ਲਈ ਮਾਹੌਲ ਸਿਰਜਣਾ ਆਪਾਂ ਕਿ ਉਹ ਸਿੱਖੀ 'ਚ ਪਰਪੱਕਤਾ ਨਾਲ ਜਿਉ ਸਕਣ, ਉਹਨਾਂ ਲਈ ਤਾਂ ਆਪਾਂ ਕੁਝ ਕਰ ਲਈਏ। ਪਰ ਉਹਨਾਂ ਲਈ ਕੁਝ ਕਰਨ ਕਰਾਉਣ ਦਾ ਸਾਡਾ ਸਾਰਾ ਜਿਹੜਾ ਸਾਧਨ ਆ ਜਾਂ ਸਾਡੇ ਸਾਰੇ ਸਰੋਤ ਨੇ, ਉਹਨਾਂ ਉੱਤੇ ਕਬਜ਼ਾ ਹੋਇਆ ਸ਼੍ਰੋਮਣੀ ਕਮੇਟੀ ਦਾ, ਬਾਦਲ ਪਰਿਵਾਰ ਦਾ। ਤੇ ਹੁਣ ਬਾਦਲ ਪਰਿਵਾਰ ਇੱਕ ਡਰਾਮਾ ਜਿਹਾ ਕਰਕੇ ਵੀ ਆਹ ਲਓ ਜੀ ਦੇਖੋ ਅਕਾਲ ਤਖਤ ਦੇ ਜਥੇਦਾਰ ਨੇ ਵੀ ਬਿਆਨ ਦਿੱਤਾ, ਦੇਖੋ ਜੀ ਬੱਲੇ ਬੱਲੇ ਸ਼੍ਰੋਮਣੀ ਕਮੇਟੀ ਨੇ, ਇਹ ਆਪਣੇ ਅੱਖੀਂ ਘੱਟਾ ਪਾਉਣ ਦੀਆਂ ਗੱਲਾਂ ਜਿਹੀਆਂ ਕਰ ਰਹੇ ਨੇ। ਚਲੋ ਉਹਨਾਂ ਨੇ ਸਿਆਸਤ ਕਰਨੀ ਹੁੰਦੀ ਆ, ਸਿਆਸੀ ਬੰਦਿਆਂ ਦੇ ਇਹੋ ਜਿਹੇ ਟਕਵੰਜ ਹੁੰਦੇ ਆ, ਪਰ ਜੇ ਇਸ ਬਹਾਨੇ ਕਿ ਦੇਖੋ ਜੀ ਸਿੱਖੀ ਨੂੰ ਵਾਕਿਆ ਹੀ ਖੋਰਾ ਲੱਗ ਰਿਹਾ, ਔਰ ਇਹ ਵਾਕਿਆ ਹੀ ਬਹੁਤ ਵੱਡੀ ਪ੍ਰੋਬਲਮ ਹੈ। ਇੱਕ ਤਾਂ ਅਸੀਂ ਪਹਿਲਾਂ ਹੀ ਬਹੁਤ ਘੱਟ ਗਿਣਤੀ 'ਚ ਸੀਗੇ, ਦੂਜਾ ਸਾਡੇ ਖਾਲਿਸਤਾਨ ਦੇ ਸਿਧਾਂਤ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਖੋਰਾ ਲਾਉਣ ਦੇ ਲਈ ਭਾਰਤੀ ਹਕੂਮਤੀ ਮਸ਼ੀਨਰੀ ਨੇ ਇੱਥੇ ਇੰਨੇ ਕੁ ਵਿਰੋਧੀ ਪੈਦਾ ਕਰ ਦਿੱਤੇ ਨੇ ਕਿ ਸਿੱਖਾਂ ਨੂੰ ਇਕੱਠੇ ਨਾ ਰਹਿਣ ਦਿਓ। ਅੱਧੇ ਸਿੱਖ ਸਰਸੇ ਜਾਣ ਲਾਓ, ਅੱਧੇ ਭਨਿਆਰੇ ਜਾਣ ਲਾਓ, ਅੱਧੇ RSS ਦੇ ਜਾਲ ਫਸਾਓ, ਕਿਸੇ ਹੋਰ ਤਰੀਕੇ ਨਾਲ ਕਰੋ। ਹਰ ਬੰਦੇ ਨੂੰ ਖਾਲਿਸਤਾਨ ਦੇ ਖਿਲਾਫ ਭੁਗਤਣ ਦਾ ਜਿਹੜਾ ਹੈਗਾ ਕੋਈ ਨਾ ਕੋਈ ਮੁੱਦਾ ਦਿਓ ਵੀ ਤੁਸੀਂ ਤਾਂ ਜੀ ਸਾਨੂੰ ਜਿਉਣ ਨਹੀਂ ਦਿਓਗੇ, ਤੁਸੀਂ ਤਾਂ ਸਾਨੂੰ ਆਹ ਤੇ ਉਹ। ਮਤਲਬ ਜੇ ਖਾਲਿਸਤਾਨ ਬਣ ਵੀ ਜਾਵੇ ਤਾਂ ਜਿਹੜੇ ਖਾਲਿਸਤਾਨੀ ਨੇ ਉਹਨਾਂ ਲਈ ਬਿਪਤਾ ਪਈ ਹੋਵੇ ਕਿ ਸਿੱਖੀ ਨੂੰ ਮੰਨਣ ਵਾਲਾ ਸਿੱਖ ਤਾਂ ਉਹ ਕੋਈ ਬਿਰਲਾ ਹੀ ਆ। ਹੁਣ ਤਾਂ ਸਰਸੇ ਵਿਆਸ ਭਨਿਆਰੇ ਤੇ ਹੋਰਨਾਂ ਦੇਹਧਾਰੀਆਂ ਦੇ ਜਾਲ 'ਚ ਫਸੇ ਸਿੱਖ ਨੇ, ਇਹਨਾਂ ਦੀ ਪਹਿਲੋਂ ਮਾਈਂਡ ਸੈਟ ਜਿਹੜਾ ਮਾਨਸਿਕਤਾ ਹੈਗੀ ਆ ਉਹਦਾ ਕੁਛ ਇਲਾਜ ਕਰਨਾ ਪਊ। ਤੋ ਇਸ ਤਰੀਕੇ ਨਾਲ ਉਹ ਖਾਲਿਸਤਾਨ ਦੇ ਹੋਂਦ ਵਿੱਚ ਆਉਣ ਤੋਂ ਰੋਕਣ ਲਈ ਵੀ ਯਤਨਸ਼ੀਲ ਨੇ, ਤੇ ਜੇ ਖਾਲਿਸਤਾਨ ਬਣ ਜਾਵੇ ਤਾਂ ਵੀ ਇੰਨਾ ਅਜੀਬੋ-ਗਰੀਬ ਕਿਸਮ ਦਾ ਸਿੱਖ ਖਾਲਿਸਤਾਨ ਦੇ ਵਿੱਚ ਹੋਵੇ ਕਿ ਦੁਨੀਆ ਕਹੇ ਵੀ ਆਹ ਤੁਸੀਂ ਕੀ ਬਣਾ ਲਿਆ। ਹੁਣ ਕਈ ਭਰਾ ਕਹਿੰਦੇ ਆ ਜੀ ਜੇ ਇੰਨਾ ਹੀ ਮਾੜਾ ਹਾਲ ਆ, ਉਹ ਭਾਈ ਜੇ ਇੰਨਾ ਮਾੜਾ ਹਾਲ ਆ, ਇਦੋਂ ਵੀ ਜ਼ਿਆਦਾ ਮਾੜਾ ਹਾਲ ਹੋਊ ਜੇ ਸਿੱਖਾਂ ਨੇ ਆਪਦਾ ਮੁਲਕ ਨਾ ਬਣਾਇਆ। ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਅਕਾਲੀ ਦਲ, ਸਿੱਖ ਸੰਸਥਾਵਾਂ ਨੇ ਜੇ ਆਪਦੇ ਫਰਜ਼ ਨਾ ਪਛਾਣੇ, ਹਾਲ ਇਦੋਂ ਮਾੜਾ ਹੀ ਹੋਊਗਾ, ਇਦੋਂ ਚੰਗਾ ਨਹੀਂ ਹੋ ਸਕਦਾ। ਆਪਣੇ ਆਪ ਕਿਵੇਂ ਚੰਗਾ ਹੋਊ ਦੱਸੋ? ਕੋਈ ਇਹ ਗਾ ਝੋਨਾ ਲਵਾਉਣਾ ਹੈਗਾ ਵੀ ਯੂਪੀ ਦੇ ਬੰਦੇ ਲੈ ਲਾਂਗੇ ਜੀ ਉਹਨਾਂ ਤੋਂ, ਇਹ ਸਿਰ ਤਾਂ ਆਪਾਂ ਨੂੰ ਆਪ ਗੁੰਦਣਾ ਪੈਣਾ। ਖਾਲਿਸਤਾਨ ਕਾਹਦੇ ਲਈ ਚਾਹੀਦਾ? ਸਿੱਖੀ ਦੀ ਚੜ੍ਹਦੀ ਕਲਾ ਲਈ, ਸਿੱਖਾਂ ਦੀ ਹੋਂਦ ਹਸਤੀ ਲਈ, ਕਿ ਸਿੱਖ ਜਿਹੜੇ ਆ ਉਹਨਾਂ ਦੀ ਆਇਡੈਂਟੀਟੀ ਦਾ ਕ੍ਰਾਈਸਿਸ ਆ, ਤੇ ਸਿੱਖ ਸਿਧਾਂਤ ਨੂੰ, ਸਿੱਖ ਸਰੂਪ ਨੂੰ ਜਿਸ ਤਰੀਕੇ ਨਾਲ ਡਿਲਿਊਟ ਕੀਤਾ ਜਾ ਰਿਹਾ, ਜਿਸ ਤਰੀਕੇ ਨਾਲ ਖੋਰਾ ਲੱਗ ਰਿਹਾ, ਹੁਣ ਸਭ ਤੋਂ ਵੱਧ ਖਤਰਾ ਕਿਤੋਂ ਆ? ਉਹ ਹੈਗਾ ਸਿੱਖੀ ਦਾ ਹਿੰਦੂਕਰਨ, ਤੇ ਨਾਲ ਹੀ ਓਨਾ ਹੀ ਭਿਆਨਕ ਖਤਰਾ ਜਿਹੜਾ ਉਹ ਸਿੱਖਾਂ ਦੇ ਈਸਾਈਕਰਨ ਤੋਂ। ਪੰਜਾਬ ਦੇ ਹਰ ਪਿੰਡ ਵਿੱਚ, ਹਰ ਇਲਾਕੇ ਦੇ ਵਿੱਚ ਹੁਣ ਈਸਾਈ ਮਤ ਦਾ ਵਾਧਾ ਜਿਹੜਾ ਉਹ ਸਾਰੇ ਦਾ ਸਾਰਾ ਜਿਹੜਾ ਸਾਡੇ ਉਹ ਵਰਗ ਜਿਹੜੇ ਬ੍ਰਾਹਮਣਵਾਦ ਨੇ ਸ਼ੂਦਰ ਕਹਿ ਕੇ ਲਤਾੜੀ ਰੱਖੇ, ਉਹਨਾਂ ਸਾਰਿਆਂ ਨੂੰ ਇਸ ਮੌਕੇ ਈਸਾਈ ਬਣਾਉਣ ਦਾ ਪ੍ਰੋਜੈਕਟ ਪੂਰੇ ਜ਼ੋਰਾਂ ਤੇ ਚੱਲ ਰਿਹਾ। ਔਰ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਉਹਨਾਂ ਬਾਰੇ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਆਮ ਚਰਚਾ ਹੋ ਰਹੀ ਆ ਕਿ ਜਿਹੜਾ ਮੁੱਖ ਧਾਰਾ ਦੇ ਈਸਾਈ ਨੇ, ਜਿਹੜੇ ਰਵਾਇਤੀ ਈਸਾਈ ਚਰਚ ਵਾ, ਉਹ ਉਹਨਾਂ ਤੋਂ ਦੁਖੀ ਆ ਵੀ ਇਹ ਕਿਹੋ ਜਿਹੇ, ਕਿਉਂਕਿ ਕੋਈ ਡਰਾਮੇ ਜੇ ਕਰ ਰਿਹਾ, ਕਿਸੇ ਤੇ ਕੋਈ ਇਲਜ਼ਾਮ ਆ, ਲਗਜ਼ਰੀ ਲਾਈਫਾਂ ਜਿਉਂਦੇ ਆ ਉਹ ਜਿਹੜੇ ਪਾਸਟਰ ਜੇ ਬਣੇ ਹੋਏ ਨੇ। ਤੇ ਪਹਿਲੀ ਵਾਰ ਪੰਜਾਬ ਦੇ ਵਿੱਚ ਗਿੱਲ, ਦਿਓਲ ਆਦਿਕ ਨਾਵਾਂ ਵਾਲੇ ਜਿਹੜੇ ਨੇ ਉਹ ਪਾਸਟਰ ਬਣ ਕੇ
ਆਮ ਪੇਂਡੂ ਪਬਲਿਕ ਨੂੰ बहुत बुरी, लोगों ਨੂੰ ਇਉਂ लगता जिवें ਆਪਾਂ सरसे व्यास ਭਨਿਆਰੇ ਜਾਂਦੇ ਆ ਉਵੇਂ ਦਾ ही एक डेरा होर खुल गया वा, यानी कि ये ईसाई ने ਇਹਦੇ ਚ आ नहीं करना पैंदा ਉਹ नहीं करना पैंदा। सो बहुत वड्डी गिणती ਦੇ ਵਿੱਚ ਪੰਜਾਬ ਦੇ ਵਿੱਚ सिख धर्म ਨੂੰ एक खतरा ਜਿਹੜਾ ਹੈਗਾ सिर ते चढ़िया आ रहा। ਹੁਣ ਹੁੰਦਾ ਕੀ ਆ ਵੀ ਜਦੋਂ टकराव होएगा ਤਾਂ ਉਹ टकराव ਜਿਹੜਾ है ਉਹ ਸਾਡੇ ਲਈ खतरनाक होएगा, क्योंकि ਸਾਡੀ ਧਰਤੀ ਆ, ਸਾਡੇ ही लोग ने और उन्हां दी मनोभावना साडे खिलाफ हो जाती है। फिर वो सिख इज़म नूं जां खालिस्तान नूं जां पंथ नूं कौम नूं धर्म नूं वो विरोधी बन के फिर वो सदा लई टक्करदे आ। जिवें ਜਿਹੜੇ सिख ਭਨਿਆਰੇ जाण लगे, जदों उन्हां नाल खालसा पंथ दा टकराव होया तां वो ਭਨਿਆਰੇ जाण वाले सिख जिहड़े आ उन्हां दे मनां 'च सदा लई सिੱਖੀ विरोधी ते सिख विरोधी विचार पैदा हो गया। बंदे साडे ਉਹਨਾਂ ਨੂੰ ਇੱਕ ਪ੍ਰੋਸੈਸ ਵਿੱਚ ਦੀ ਕੱਢ ਕੇ ਸਾਡੇ ਦੁਸ਼ਮਣ ਸਦਾ ਲਈ ਬਣਾ ਧਰਿਆ। ਫਿਰ ਆਪਾਂ ਭਨਿਆਰੇ ਵਾਲੇ ਦੇ ਬਾਅਦ ਸਰਸੇ ਵਾਲਾ ਦੇਖਿਆ, ਫਿਰ ਆਪਾਂ ਨੂਰ ਮਹਿਲ ਵਾਲਾ ਦੇਖਿਆ। ਜਿਹੜੇ ਜਿਹੜੇ ਡੇਰੇ ਦਾ ਉਹ ਚੇਲੇ ਬਣ ਜਾਂਦੇ ਆ ਉਹ ਬਾਅਦ ਵਿੱਚ ਜਦੋਂ ਸਿੱਖਾਂ ਨਾਲ ਟਕਰਾਅ ਹੁੰਦਾ ਆਪਾਂ ਫਿਰ ਉਹਨਾਂ ਨੂੰ ਜਲੀਲ ਵੀ ਕਰਦੇ ਆ, ਉਹਨਾਂ ਦਾ ਵਿਰੋਧ ਵੀ ਕਰਦੇ ਆ, ਉਹਨਾਂ ਦੇ ਨਾਲ ਖੰਡਾ ਵੀ ਖੜਕਦਾ, ਫਿਰ ਹੁਕਮਰਾਂ ਦੇ ਵੀ ਹੁੰਦੇ ਆ। ਪਰ ਆਪਾਂ ਇਹ ਕਾਹਤੋਂ ਨਹੀਂ ਸੋਚਦੇ ਕਿ ਇਸ ਤਰੀਕੇ ਨਾਲ ਲਗਾਤਾਰ ਜਿਹੜਾ ਹੋ ਰਿਹਾ ਇਹਦਾ ਕੋਈ ਪੱਕਾ ਹੱਲ ਹੋਵੇ। ਹੁਣ ਜਿਹੜੇ ਲੋਕ ਸਾਡੇ ਵਰਗੇ ਕਲਪਦੇ ਆ ਕਿ ਪੱਕਾ ਹੱਲ ਹੋਵੇ, ਉਹਨਾਂ ਦੀ ਪਹੁੰਚ ਨਹੀਂ, ਉਹਨਾਂ ਦੀ ਸੁਣਵਾਈ ਨਹੀਂ। ਤੇ ਬਾਦਲ ਸੈਨਾ ਜਿਹੜੀ ਹੈ ਉਹ ਉਹਨਾਂ ਲੋਕਾਂ ਨੂੰ ਸਾਡੇ ਵਰਗਿਆਂ ਨੂੰ ਗਾਲਾਂ ਕੱਢਦੀ ਆ, ਉਹਨਾਂ ਨੂੰ ਭੰਡਦੀ ਆ, ਨਿੰਦਦੀ ਆ ਕਿ ਸਾਡੀਆਂ ਤਾਂ ਵੋਟਾਂ ਖਰਾਬ ਕਰਨਗੇ। ਉਹਨਾਂ ਨੂੰ ਲੱਗਦਾ ਜਿਹੜਾ ਸਿੱਖ ਸਿੱਖੀ ਵਿੱਚ ਪ੍ਰਪੱਕ ਹੋ ਜਾਂਦਾ ਨਾ ਉਹਨੇ ਬਾਦਲ ਦਲ ਨੂੰ ਵੋਟ ਨਹੀਂ ਪਾਉਣੀ, ਤੇ ਜੇ ਬਾਦਲ ਦਲ ਨੂੰ ਵੋਟ ਨਹੀਂ ਪਾਉਣੀ ਫਿਰ ਅਸੀਂ ਸਿੱਖੀ 'ਚ ਲੋਕਾਂ ਨੂੰ ਪ੍ਰਪੱਕ ਕਿਉਂ ਹੋਣ ਦਈਏ। ਸੋ ਇਸ ਨੁਕਤੇ ਤਹਿਤ ਬਾਦਲ ਸੈਨਾ ਜਿਹੜੀ ਆ ਸਾਰੇ ਭਾਰਤ ਤੋਂ ਬਾਹਰ ਅੱਡ-ਅੱਡ ਸੂਬਿਆਂ 'ਚ ਮੁਲਕਾਂ 'ਚ ਬੜੇ ਇਸ ਟਾਈਮ ਇਹੋ ਜਿਹੇ ਕੱਟੜ ਭਗਤ ਬਾਦਲ ਪਰਿਵਾਰ ਦੇ ਬਣ ਚੁੱਕੇ ਆ, ਜਿਨ੍ਹਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਬਾਦਲ ਪਰਿਵਾਰ ਕਿਵੇਂ ਆਪਦੇ ਸਵਾਰਥਾਂ ਲਈ ਸਿੱਖੀ ਦੀਆਂ ਜੜ੍ਹਾਂ ਵੱਢ ਰਿਹਾ। ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਡੇਰਾ ਸਰਸਾ ਨੂੰ ਮੱਥਾ ਟੇਕਤਾ ਚਾਹੇ ਬਾਦਲ ਨੇ, ਚਾਹੇ ਮਾਤਾ ਦੇ ਮੰਦਰ 'ਚ ਮੱਥਾ ਟੇਕਤਾ, ਚਾਹੇ ਸਰਸੇ ਬਿਆਸ ਭਨਿਆਰੇ, ਵੀ ਇਹ ਤਾਂ ਜੀ ਇਹ ਸਿਆਸੀ ਲੋਕ ਨੇ, ਸਿਆਸੀ ਲੋਕਾਂ ਨੇ ਤਾਂ ਹਰ ਥਾਂ ਜਾਣਾ ਹੁੰਦਾ। ਮੈਨੂੰ ਤਾਂ ਕਿਤੇ ਕਿਸੇ ਰਹਿਤਨਾਮੇ 'ਚ ਲਿਖਿਆ ਕਿਸੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਇਹ ਤਾਂ ਕਿਤੇ ਲੱਭਿਆ ਨਹੀਂਗਾ ਵੀ ਜਿਹੜੇ ਸਿੱਖ ਸਿਆਸਤ ਕਰਨਗੇ ਉਹ ਸਿੱਖੀ ਦੇ ਦੁਸ਼ਮਣਾਂ ਨਾਲ ਜੱਫੀਆਂ ਪਾ ਸਕਦੇ ਆ। ਸਾਨੂੰ ਤਾਂ ਕਿਤੇ ਨਹੀਂ ਇਹੋ ਜਿਹਾ ਲਿਖਿਆ ਹੋਇਆ ਮਿਲਿਆ। ਪਰ ਇਹ ਸਾਰੇ ਦਾ ਸਾਰਾ ਜਿਹੜਾ ਵਰਤਾਰਾ ਇਸ ਵੇਲੇ ਆ ਸਿੱਖਾਂ ਨੂੰ ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ ਭਾਈਚਾਰਕ ਤੌਰ ਤੇ ਹਰ ਖੇਤਰ ਦੇ ਵਿੱਚ ਸਿੱਖੀ ਨੂੰ ਤੇ ਸਿੱਖਾਂ ਨੂੰ ਬਹੁਤ ਭਾਰੀ ਇੱਕ ਚੁਣੌਤੀ ਜਿਹੜੀ ਆ, ਚੈਲੰਜ ਆ ਜਿਹੜਾ ਉਹ ਮਿਲ ਰਿਹਾ। ਉਹ ਚੈਲੰਜ ਜਿਹੜਾ ਹੈ ਉਹ 'ਚ ਸਿੱਖ ਧੱਕ ਕੇ ਖੂੰਜੇ ਨਾਲ ਲਾਏ ਜਾ ਰਹੇ ਨੇ, ਤੇ ਜਦੋਂ ਵੀ ਕੋਈ ਸਿੱਖ ਗੱਲ ਕਹਿੰਦੇ ਆ ਉਹਨੂੰ ਟੁੱਟ ਕੇ ਦੁਨੀਆ ਪੈ ਜਾਂਦੀ ਆ ਕਿ ਜਿਵੇਂ ਸਿੱਖਾਂ ਨੂੰ ਆਪਦੇ ਧਰਮ ਦੀ ਰਾਖੀ ਲਈ ਬੋਲਣ ਦਾ ਕੋਈ ਹੱਕ ਹੀ ਨਾ ਹੋਵੇ। ਜਿਹੜੇ ਸਿੱਖ ਕਹਿੰਦੇ ਨੇ ਕਿ ਭਾਈ ਜਿਹੜਾ ਈਸਾਈ ਭਾਈਚਾਰੇ ਵਾਲੇ ਆ ਤੁਸੀਂ ਆਪਦਾ ਮਾੜਾ ਜਿਹਾ ਖਿਆਲ, ਜਦੋਂ ਕਹਿੰਦੇ ਜੀ ਤੁਸੀਂ ਸਾਰੇ ਸੰਸਾਰ ਵਿੱਚ ਗੋਰਿਆਂ ਕੋਲੇ ਨੌਕਰੀਆਂ ਕਰਨ ਕਿਉਂ ਜਾਂਦੇ ਹੋ, ਤੁਸੀਂ ਫਿਰ ਉੱਥੇ ਉਹਨਾਂ ਮੁਲਕਾਂ 'ਚ ਉੱਥੋਂ ਤੁਹਾਨੂੰ ਕੱਢ ਦੇਣਗੇ। ਉਹ ਭਾਈ ਜੇਕਰ ਸਾਡੇ ਸਿੱਖ ਦੂਜਿਆਂ ਮੁਲਕਾਂ 'ਚ ਜਾ ਕੇ ਕੋਈ ਮਾੜੀ ਹਰਕਤ ਕਰਨਗੇ, ਉੱਥੋਂ ਦੇ ਕਾਨੂੰਨ ਨੂੰ ਜਾਂ ਧਰਮ ਨੂੰ ਠੇਸ ਪਹੁੰਚਾਉਣਗੇ ਤਾਂ ਉੱਥੋਂ ਦੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ। ਹੁਣ ਇਸ ਗੱਲ ਕਰਕੇ ਕੋਈ ਕਹਿੰਦਾ ਜੀ ਤੁਹਾਡੇ ਜਦੋਂ ਸਿੱਖ ਸੱਜਦੇ ਨੇ ਗੋਰੇ ਉਦੋਂ ਤਾਂ ਤੁਸੀਂ ਬੜਾ ਟੱਪਦੇ ਹੋ, ਉਹ ਤਾਂ ਬੜਾ ਖੁਸ਼ ਹੁੰਦੇ ਹੋ। ਭਾਈ ਸਾਨੂੰ ਸਾਡੀ ਕੌਮ ਦੇ ਹਿੱਤਾਂ ਦੀ ਰਾਖੀ ਕਰਨ ਦਾ ਉਵੇਂ ਹੀ ਹੱਕ ਆ ਜਿਵੇਂ ਈਸਾਈਆਂ ਨੂੰ ਹੱਕ ਆ। ਜੇ ਈਸਾਈ ਭਾਈਚਾਰੇ ਦੇ ਹਿੱਤਾਂ ਨੂੰ ਸਿੱਖਾਂ ਕਰਕੇ ਕੋਈ ਖਤਰਾ ਹੈ ਕਿਸੇ ਵੀ ਮੁਲਕ 'ਚ ਹੈ, ਅਗਲੇ ਖੈਰ ਕਰਨਗੇ ਸਾਡੇ ਨਾਲ? ਨਹੀਂ ਕਰਨਗੇ, ਬਿਲਕੁਲ ਨਹੀਂ ਅਗਲੇ ਖੈਰ ਕਰਨਗੇ। ਫਿਰ ਸਿੱਖਾਂ ਤੋਂ ਕਿਉਂ ਆਸ ਕੀਤੀ ਜਾਂਦੀ ਆ? ਕਿਉਂ ਸਿੱਖਾਂ ਨੂੰ ਦਬਕਾਇਆ ਜਾਂਦਾ, ਡਾਇਆ ਜਾਂਦਾ ਕਿ ਜੇਕਰ ਤੁਸੀਂ ਈਸਾਈਆਂ ਦੇ ਬਾਰੇ ਬੋਲੇ ਐ ਹੋ ਜੂ ਉਹ ਹੋ ਜੂ। ਸ਼ੁਕਰ ਆ ਚਾਹੇ ਆ ਡਰਾਮੇ ਦੇ ਰੂਪ ਦੀ ਵਿੱਚ ਹੀ ਬੋਲੇ ਆ ਸ਼੍ਰੋਮਣੀ ਕਮੇਟੀ ਵਾਲੇ ਤੇ ਬਾਦਲ ਦਲ ਦੇ ਜੇ ਕਹਿਣ ਤੇ ਬੋਲੇ ਆ ਗਿਆਨੀ ਹਰਪ੍ਰੀਤ ਸਿੰਘ ਹੋਣੀ, ਸਾਨੂੰ ਮਾੜਾ ਜਿਹਾ ਠੁੰਮਣਾ ਜਿਹਾ ਤਾਂ ਮਿਲ ਗਿਆ। ਨਹੀਂ ਤਾਂ ਇੱਕ ਪਾਸੇ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਈਸਾਈ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਸਾਡੇ ਸਮਾਜ ਦੇ ਕਮਜ਼ੋਰ ਹਿੱਸਿਆਂ ਨੂੰ ਲੋਭ ਲਾਲਚ ਦੇ ਕੇ ਹੁਣ ਤਾਂ ਕਹਿੰਦੇ ਗਾਤਰੇ ਕਿਰਪਾਨ ਜਿਹੜਾ ਬਸ ਉਹ ਨਾ ਰੱਖੋ, ਬਾਕੀ ਚਾਹੇ ਦਾੜਾ ਪੱਗ ਪਤਾ ਹੀ ਨਹੀਂ ਲੱਗਦਾ। ਇੱਕ ਇਹੋ ਜਿਹਾ ਮੁਲਾਜ਼ਮ ਇੱਥੇ ਕਿਸੇ ਇਹੋ ਜਿਹੀ ਸਿੱਖ ਸੰਸਥਾ ਵਿੱਚ ਨੌਕਰੀ ਕਰੇ, ਉਹਦੀਆਂ ਹਰਕਤਾਂ ਤੋਂ ਪਤਾ ਲੱਗਿਆ ਹੌਲੀ ਹੌਲੀ, ਫਿਰ ਕੱਢਿਆ ਜਦੋਂ ਉਦੋਂ ਪਤਾ ਲੱਗਿਆ ਵੀ ਇਹ ਤਾਂ ਵਾਕਿਆ ਹੀ ਜਿਹੜਾ ਸੀ ਬੰਦਾ ਇਹ ਇੱਥੇ ਬਾਕੀਆਂ ਦਾ ਈਸਾਈਕਰਨ ਕਰੀ ਜਾ ਰਿਹਾ ਸੀ ਔਰ ਇਹ ਬੰਦਾ ਈਸਾਈ ਮਤ ਦਾ ਪ੍ਰਚਾਰਕ ਹੈ। ਹੁਣ ਇਸ ਤਰੀਕੇ ਦੇ ਨਾਲ ਇਹ ਲੋਕ ਜਿਹੜੇ ਨੇ ਸਾਡੀਆਂ ਸਿੱਖ ਸੰਸਥਾਵਾਂ ਦੇ ਰਾਹੀਂ ਆਪਦਾ ਇੱਕ ਪੰਥ ਵਿਰੋਧੀ ਏਜੰਡਾ ਲਾਗੂ ਕਰ ਰਿਹਾ, ਸਾਡੇ ਟੱਬਰਾਂ 'ਚ ਵੜ ਗਏ,
ਸਾਡੇ ਪੰਥ ਦੇ ਜੜਾ ਖੋਖੜੀਆਂ ਕਰਦੇ ਆ ਤੇ ਉੱਪਰ ਦੀ ਸਾਨੂੰ ਘੇਰਿਆ ਜਾ ਰਿਹਾ ਕਿ ਇਹਨਾਂ ਦਾ ਵਿਰੋਧ ਨਾ ਕਰਿਓ, ਬੜਾ ਔਖਾ ਹੋ ਜੂ। ਭਾਈ ਜਦੋਂ ਕੁਮਰ ਦਲੀਪ ਸਿੰਘ ਤੋਂ ਮਹਾਰਾਜਾ ਦਲੀਪ ਸਿੰਘ ਤੋਂ ਗੱਲ ਸ਼ੁਰੂ ਹੁੰਦੀ ਆ ਹੁਣ ਤੱਕ ਸਿੱਖ ਆਪਦੇ ਧਰਮ ਦੇ ਹੱਕਾਂ ਲਈ ਲੜਦੇ ਆਏ ਨੇ, ਜੂਝਦੇ ਆਏ ਨੇ। ਆਪਾਂ ਉਹਨਾਂ ਸਿੱਖਾਂ ਦੀ ਕੋਈ ਪਰਵਾਹ ਨਹੀਂ ਕਰਦੇ ਜਿਹੜੇ ਕਹਿੰਦੇ ਆ ਜੀ ਬਈ ਜੇ ਜੀ ਈਸਾਈਆਂ ਦੇ ਸਿੱਖੀ ਉੱਤੇ ਹਮਲੇ ਖਿਲਾਫ ਤੁਸੀਂ ਬੋਲੇ ਤਾਂ ਐ ਹੋ ਜੂ, ਆ ਹੋ ਜੂ। ਸਾਨੂੰ ਸਾਡੇ ਧਰਮ ਦੀ ਰਾਖੀ ਕਰਨ ਦਾ ਪੂਰਾ ਹੱਕ ਵਾ, ਉਵੇਂ ਹੀ ਹੱਕ ਆ ਜਿਵੇਂ ਈਸਾਈਆਂ ਨੂੰ ਹੱਕ ਆ। ਈਸਾਈ ਵੀ ਆਪਦੇ ਹਿੱਤ ਦੇਖਣ, ਜੇਕਰ ਸਿੱਖਾਂ ਦੇ ਕਰਕੇ ਉਹਨਾਂ ਨੂੰ ਕੋਈ ਹੈ ਪ੍ਰੋਬਲਮ ਤਾਂ ਜੋ ਮਰਜ਼ੀ ਕਰਨ, ਜਿਹੜਾ ਸਿੱਖ ਉਹਨਾਂ ਦੇ ਹਿੱਤਾਂ ਦੀ ਨੁਕਸਾਨ ਕਰਦਾ। ਪਰ ਅਸੀਂ ਇਹਨਾਂ ਈਸਾਈਆਂ ਨੂੰ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਰਨ ਦੀ ਖੁੱਲ੍ਹ ਨਹੀਂ ਦੇ ਸਕਦੇ। ਤੇ ਜਿਹੜੇ ਬਾਹਲੇ ਸਿਆਣੇ ਸਮਝਦੇ ਆਪਦੇ ਆਪ ਨੂੰ, ਬਾਅਦ ਚ ਖੰਭੇ ਜਿੱਡੇ ਜਿੱਡੇ ਲੇਖ ਲਿਖਣਗੇ, ਮੱਤਾ ਦੇਣਗੇ ਜਦੋਂ ਮਾਹੌਲ ਖਰਾਬ ਹੋ ਗਿਆ। ਅੱਜ ਆਪਦੇ ਈਸਾਈ ਭਾਈਚਾਰੇ ਦੇ ਉਹਨਾਂ ਪ੍ਰਚਾਰਕਾਂ ਨੂੰ ਸਮਝਾਓ ਕਿ ਭਾਈ ਇਹ ਪੰਥ ਜਿਹੜਾ ਹੈ ਆਪਦੇ ਧਰਮ ਦੇ, ਆਪਦੇ ਕੌਮ ਦੇ ਹੱਕਾਂ ਦੀ, ਹਿੱਤਾਂ ਦੀ ਰਾਖੀ ਲਈ ਜਦੋਂ ਮੈਦਾਨ 'ਚ ਆ ਗਿਆ, ਬਾਅਦ 'ਚ ਚੀਕ ਚਿਹਾੜਾ ਜਾਂ ਪਾਉਣ ਦੀ ਕੋਈ ਲੋੜ ਨਹੀਂ, ਆਪਦਾ ਹੁਣ ਸਮਝ ਕੇ ਚੱਲੋ। ਸੋ ਕੱਲੇ ਈਸਾਈ ਭਾਈਚਾਰੇ ਦੀ ਨਹੀਂ ਗੱਲ, ਜਿਹੜੀਆਂ ਧਿਰਾਂ ਤੇ ਧੜੇ ਇਸ ਵੇਲੇ, ਕਿਉਂਕਿ ਅਸੀਂ ਗੁਲਾਮ ਆ, ਅਸੀਂ ਹਾਕਮ ਜਮਾਤ ਦੇ ਏਜੰਡੇ ਦੇ ਨਿਸ਼ਾਨੇ ਉੱਤੇ ਆ, ਉਹ ਸਾਡੇ ਹਰੇਕ ਵਿਰੋਧੀ ਨੂੰ ਕਹਿੰਦਾ ਵੀ ਡਿੱਗੇ ਪੈ ਨੂੰ ਢਾਹ ਲਓ। ਜਿਹੜਾ ਈਸਾਈ ਭਾਈਚਾਰਾ ਗ੍ਰਾਮ ਸਟੇਂਜ ਵਰਗਿਆਂ ਨੂੰ ਬਜਰੰਗ ਦਲ ਵਾਲਿਆਂ ਨੇ ਬਾਹਰਲੇ ਸੂਬਿਆਂ 'ਚ ਸਾੜਨਾ ਸ਼ੁਰੂ ਕੀਤਾ ਹੋਇਆ। ਸਾਰੇ ਭਾਰਤ ਵਿੱਚ ਈਸਾਈਆਂ ਦਾ ਬਜਰੰਗ ਦਲੀਆਂ ਜਾਂ ਭਗਵੇਂ ਝੰਡੇ ਵਾਲਿਆਂ ਨਾਲ ਵਿਰੋਧ ਆ, ਪਰ ਪੰਜਾਬ 'ਚ ਕੋਈ ਨਹੀਂ। ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਭਗਵੇਂ ਝੰਡੇ ਵਾਲੇ ਨੇ ਉਹ ਕਹਿੰਦੇ ਆ ਵੀ ਜਿਹੜੇ ਸਿੱਖ ਹਿੰਦੂ ਨਹੀਂ ਬਣ ਸਕਦੇ, ਚਲੋ ਉਹਨਾਂ ਨੂੰ ਇਹ ਧਰਮ ਤੋਂ ਬਾਗੀ ਕਰਦੇ ਆ, ਈਸਾਈ ਤਾਂ ਬਣਾਉਂਦੇ ਆ, ਜੇ ਇਹ ਸਿੱਖੀ 'ਚ ਰਹਿਣਗੇ ਫੇਰ ਔਖਾ। ਸੋ ਏਜੰਡਾ ਸਾਰਿਆਂ ਦਾ ਸਿੱਖੀ ਖੋਣਾ ਵਾ, ਆਪਸ ਵਿੱਚ ਹੀ ਅੰਡਰਸਟੈਂਡਿੰਗ ਨਾਲ ਚੱਲ ਰਹੇ ਆ। ਸੋ ਇਸ ਗੱਲ ਦੇ ਲਈ ਜਿਹੜਾ ਆਹ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਆਇਆ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਬਿਆਨ ਆਇਆ, ਬੇਸ਼ੱਕ ਅਸੀਂ ਜਾਣਦੇ ਹਾਂ ਕਿ ਬਾਦਲ ਪਰਿਵਾਰ ਨੇ ਆਪਦੇ ਉਸ ਏਜੰਡੇ ਦੇ ਤਹਿਤ ਦਿੱਤਾ ਕਿ ਸਾਡਾ ਵਿਰੋਧ ਘੱਟ ਹੋਵੇ ਤੇ ਅਸੀਂ ਸਿੱਖਾਂ ਨੂੰ ਕਹੀਏ ਕਿ ਦੇਖੋ ਜੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਆਪਦਾ ਕੰਮ ਕਰ ਰਹੇ ਆ, ਅਸੀਂ ਤਾਂ ਸਿਆਸੀ ਜਥੇਬੰਦੀ ਆ, ਅਸੀਂ ਫਿਰ ਆਪਦੇ ਹਿਸਾਬ ਨਾਲ ਹਾਲੇਲੂਇਆ ਵੀ ਕਹਿਣਾ ਵਾ, ਜੈ ਮਾਤਾ ਦੀ ਵੀ ਕਹਿਣਾ ਵਾ। ਪਰ ਅਸੀਂ ਕਹਿੰਦੇ ਆ ਕਿ ਫਿਰ ਵੀ ਜੇਕਰ ਇਹ ਹੁਣ ਕਹਿਣ ਲੱਗੇ ਆ ਅਕਾਲ ਤਖਤ ਦੇ ਜਥੇਦਾਰ ਤਾਂ ਇਹਨੂੰ ਛੱਡਿਆ ਨਾ ਜਾਵੇ, ਘੇਰਿਆ ਜਾਵੇ। ਕਹੋ ਭਾਈ ਕਰੋ, ਆਓ ਮੈਦਾਨ ਦੇ ਵਿੱਚ, ਜਿਹੜਾ ਸਿੱਖੀ ਉੱਤੇ ਹਮਲਾ ਧਰਮ ਪਰਿਵਰਤਨ ਹੋ ਰਿਹਾ ਇਹਦਾ ਵਿਰੋਧ ਕਰਨ ਦੇ ਲਈ ਸਾਡੇ ਮੂਹਰੇ ਲੱਗੋ। ਤੇ ਜਿਹੜੇ ਪ੍ਰਚਾਰਕ ਪਿੰਡਾਂ 'ਚ ਆਉਣ ਲੱਗੇ ਆ, ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਕੰਮਾਂ ਨਾਲ ਆਪਣੀਆਂ ਬੜੀਆਂ ਭਾਰੀ ਅਸਹਿਮਤੀਆਂ ਨੇ, ਪਰ ਸਿੱਖ ਜਗਤ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਪ੍ਰਚਾਰਕਾਂ ਤੋਂ ਪੂਰਾ ਇਹਨਾਂ ਦਾ ਲਾਹਾ ਲਓ, ਕਿਉਂਕਿ ਜਿਹੜੀਆਂ ਗੱਲਾਂ ਆਪਾਂ ਕਵਾਂਗੇ ਆਮ ਬੰਦਾ ਕਹਿੰਦੇ ਆ ਪਰਚੇ ਦਰਜ ਕਰਾਉਣ ਤੁਰ ਪੈਂਦੇ ਆ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਜਦੋਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੁਝ ਕਰ ਰਹੇ ਨੇ ਤੇ ਇਹਨਾਂ ਨੂੰ ਜੀ ਆਇਆਂ ਕਹੀਏ। ਬੇਹੱਦ ਅਫਸੋਸ ਤੇ ਸ਼ਰਮ ਵਾਲੀ ਗੱਲ ਆ ਕਿ ਇਹਨਾਂ ਨੇ ਕਦੇ ਫਰਜ਼ ਪਛਾਣੇ ਨਹੀਂ। ਜੇ ਅੱਜ ਨਿਭਾਉਣ ਲੱਗੇ ਆ ਤਾਂ ਘੱਟੋ ਘੱਟ ਇਹ ਨਾ ਕਹਿਣ ਕਿ ਜੀ ਅਸੀਂ ਜਦੋਂ ਕਰਦੇ ਹਾਂ ਉਦੋਂ ਕਿਹੜਾ ਸਾਡਾ ਕੋਈ ਸਾਥ ਦਿੰਦਾ, ਸਾਨੂੰ ਕਿਹੜਾ ਕੋਈ ਜੀ ਆਇਆਂ ਕਹਿੰਦਾ। ਸੋ ਆਓ ਇਹਨਾਂ ਨੂੰ ਜੀ ਆਇਆਂ ਕਹੀਏ ਤੇ ਬਾਦਲ ਦਲ ਦੀ ਇਸ ਨੀਤੀ ਨੂੰ ਜ਼ਰੂਰ ਸਮਝੀਏ ਕਿ ਜਿਹੜਾ ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਰਾਹੀਂ ਬਿਆਨ ਦਵਾਏ ਨੇ, ਅਸਲ ਵਿੱਚ ਉਹ ਕੋਈ ਧਰਮ ਦੀ ਚੜ੍ਹਦੀ ਕਲਾ ਦਾ ਚਾਅ ਨਹੀਂ ਆਇਆ। ਉਹ ਤਾਂ ਇਸ ਕਰਕੇ ਆ ਵੀ ਸਿੱਖ ਸਾਨੂੰ ਹੁਣ ਮਾੜਾ ਕਹਿੰਦੇ ਆ ਕਿ ਤੁਸੀਂ ਮੰਦਰਾਂ 'ਚ ਜਾਂਦੇ ਹੋ, ਤੁਸੀਂ ਹਾਲੇਲੂਇਆ ਕਹਿੰਦੇ ਹੋ। ਉਸ ਗੱਲ ਨੂੰ ਕੱਟਣ ਦੇ ਲਈ ਇਹਨਾਂ ਨੇ ਇੱਕ ਡਰਾਮਾ ਜਿਹਾ ਕੀਤਾ, ਪਰ ਖੈਰ ਉਸ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸਭ ਹੱਕ ਸੱਚ ਨਿਬੜ ਜਾਣਾ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।